का खालसा वाहिगुरु जी की फतेह। गुरु प्यारी साध संगत जीओ, दो हाथ जोड़ के आप जी ਨੂੰ जी आया ਨੂੰ ਕੋਟਾਨ ਕੋਟਾਨ ਸ਼ੁਕਰਾਨਾ ਅਕਾਲ ਪੁਰਖ ਪਾਰ ਬ੍ਰਹਮ ਪਰਮਾਤਮਾ ਦਾ, ਆਪ ਸਾਰੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਦਾ, ਇਸ ਸਮੇਂ ਦਾ, ਇਸ ਸਥਾਨ ਦਾ, ਇਸ এনवायरमेंट ਦਾ, ਕੁਦਰਤੀ ਸਾਰੀ ਕਾਇਨਾਤ ਪ੍ਰਕਿਰਤੀ ਦਾ, ਇਸ ਸਾਧਨ ਦਾ ਜਿਹਦੇ ਥਰੂ ਅਸੀਂ ਸੰਗਤ ਰੂਪ ਵਿੱਚ ਬੈਠੇ ਹਾਂ। ਸਾਰੀਆਂ ਸੰਗਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਪ੍ਰੇਮ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦਾ ਜੋ ਸਾਡਾ ਵਿਸ਼ਾ ਹੈ ਇਹ ਹੈ ਆਨੰਦ ਕਾਰਜ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ। ਗੁਰੂ ਤੋਂ ਜਾਣਿਆ ਜਾਂਦਾ ਸੰਗਤ ਜੀ, ਆਨੰਦ ਵਿੱਚ ਕਿਵੇਂ ਰਹਿਣਾ ਹੈ। ਤੋ ਇਹ ਆਨੰਦ ਕਾਰਜ ਸਿੱਖ ਧਰਮ ਦੇ ਵਿੱਚ ਜਦੋਂ ਦੋ ਬੱਚੇ ਬੱਚੀ ਦਾ ਵਿਆਹ ਹੁੰਦਾ ਹੈ, ਆਪਸ ਦੇ ਵਿੱਚ ਗ੍ਰਸਥੀ ਜੀਵਨ ਜਦੋਂ ਆਰੰਭ ਕਰਨਾ ਹੁੰਦਾ ਹੈ, ਤਾਂ ਉਦੋਂ ਜਦੋਂ 4 ਲਾਵਾਂ ਦਾ ਪਾਠ ਪੜ੍ਹ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਦੀਆਂ ਅਸੀਸਾਂ ਲੈ ਕੇ ਉਹ ਬੱਚਾ ਬੱਚੀ ਆਪਣਾ ਨਵਾਂ ਜੀਵਨ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਨੇ, ਗ੍ਰਸਥੀ ਜੀਵਨ, ਤਾਂ ਉਸ ਨੂੰ, ਉਸ ਮਰਿਆਦਾ ਨੂੰ, ਉਸ ਰਸਮ ਨੂੰ ਸਿੱਖ ਧਰਮ ਵਿੱਚ ਜਿਹੜਾ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ। ਲਗਭਗ ਸਾਡੇ ਸਾਰੇ ਹੀ ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ, 8ਵੇਂ ਪਾਤਸ਼ਾਹ ਨੂੰ ਅਗਰ ਛੱਡ ਲਿਆ ਜਾਵੇ, ਕਿਉਂਕਿ ਉਹਨਾਂ ਨੇ ਬਾਲਪਨ ਵਿੱਚ ਹੀ ਆਪਣਾ ਚੋਲਾ ਜਿਹੜਾ ਸਰੀਰਕ ਚੋਲਾ ਸੰਕੋਚ ਲਿਆ ਸੀ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਆਪਣੇ ਗੁਰੂ ਸਾਹਿਬਾਨ ਜਿਹੜੇ ਗ੍ਰਸਤੀ ਹੋਏ ਨੇ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਜਿਹੜਾ ਗ੍ਰਸਤ ਆ ਇਹ ਤਾਂ ਪ੍ਰਧਾਨ ਧਰਮ ਆ, ਇਹਨੂੰ ਧਰਮ ਦਾ ਨਾਮ ਦਿੱਤਾ ਭਾਈ ਗੁਰਦਾਸ ਜੀ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ, ਇਹਨੂੰ ਪ੍ਰਧਾਨ ਆਖਿਆ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੀ ਜਿਹੜੇ ਜੋਗੀ ਘਰ-ਬਾਰ ਛੱਡ ਕੇ ਚਲੇ ਗਏ ਸਨ, ਆਪਣੀਆਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ, ਮਾਤਾ ਪਿਤਾ ਨੂੰ ਛੱਡ ਦਿੱਤਾ, ਪਰਿਵਾਰ ਛੱਡ ਦਿੱਤੇ, ਬੱਚੇ ਛੱਡ ਦਿੱਤੇ, ਗੁਰੂ ਮਹਾਰਾਜ ਨੇ ਉਹਨਾਂ ਨੂੰ ਵੀ ਇਹ ਗਿਆਨ ਦਿੱਤਾ ਵਿਚਾਰਾਂ ਦੇ ਨਾਲ। ਮਹਾਰਾਜ ਨੇ ਕਿਹਾ ਵੀ ਤੁਸੀਂ ਜਿਨ੍ਹਾਂ ਗ੍ਰਸਤੀਆਂ ਨੂੰ ਨਿੰਦਦੇ ਹੋ, ਜਦੋਂ ਤੁਹਾਨੂੰ ਭੁੱਖ ਲੱਗਦੀ ਆ ਮੰਗਣ, ਤੁਸੀਂ ਉਹਨਾਂ ਦੇ ਘਰ ਹੀ ਜਾਂਦੇ ਹੋ। ਸੋ ਗ੍ਰਸਤੀ ਕਿਵੇਂ ਮਾੜਾ ਹੋ ਸਕਦਾ ਹੈ? ਸੋ ਇਹਨੂੰ ਪ੍ਰਧਾਨ ਧਰਮ ਆਖਿਆ। ਇਹਦੇ ਵਿੱਚ ਬੰਦਾ ਆਪਣੀਆਂ ਡਿਊਟੀਜ਼ ਵੀ ਪੂਰੀਆਂ ਕਰਦਾ, ਸੰਸਾਰ ਸਮਾਜ ਵਿੱਚ ਵਾਧਾ ਵੀ ਕਰਦਾ, ਔਰ ਇੱਕ ਦੂਸਰੇ ਦੀ ਹੈਲਪ ਵੀ ਹੁੰਦੀ, ਇਹਦੇ ਵਿੱਚ ਸੇਵਾ ਵੀ ਹੁੰਦੀ ਹੈ। ਤੋ ਸੰਗਤ ਜੀ, ਇਹ ਜੋ ਵਿਆਹ ਦਾ ਕਾਰਜ ਕਹਿ ਲਈਏ, ਆਨੰਦ ਕਾਰਜ ਜਾਂ ਅਸੀਂ ਲਾਵਾਂ ਵੀ ਕਹਿ ਦਿੰਦੇ ਹਾਂ, ਇਹ ਇਤਨਾ ਇੱਕ ਸੁੰਦਰ ਇੱਕ ਕਾਰਜ ਆ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪ੍ਰਮੁੱਖ ਰੱਖ ਕੇ ਜੀਵਨ ਜੀਆ ਜਾਂਦਾ ਹੈ। ਤਾਂ ਜੀਵਨ ਸਾਨੂੰ ਮਿਲਿਆ ਸਭ ਨੂੰ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਜੀ ਨੂੰ ਮਿਲਣ ਦੇ ਮਿਲਿਆ। ਜਿਨ੍ਹਾਂ ਨੇ ਵਿਆਹ ਵੀ ਕਰਵਾਉਣਾ ਹੈ, ਉਹਨਾਂ ਨੇ ਵੀ ਜੀਵਨ ਦਾ ਪਰਪਸ ਇੱਕੋ ਹੀ ਆ, ਸਾਰਿਆਂ ਦਾ ਇੱਕੋ ਹੀ ਮਕਸਦ ਆ ਕਿ ਗੋਬਿੰਦ ਜੀ ਨੂੰ ਮਿਲਣਾ। ਸੋ ਕਿਵੇਂ ਗ੍ਰਸਤੀ ਜੀਵਨ ਸਾਡਾ ਆਨੰਦਮਈ ਹੋ ਜਾਵੇ ਔਰ ਅਸੀਂ ਗੋਬਿੰਦ ਜੀ ਨੂੰ ਵੀ, ਪਰਮਾਤਮਾ ਨੂੰ ਵੀ ਮਿਲ ਪਾਈਏ, ਇਹ ਗੁਰਬਾਣੀ ਵਿੱਚੋਂ ਸਾਨੂੰ ਜਿਹੜੀ ਹੈ ਸੋਝੀ ਮਿਲੇਗੀ, ਸਮਝ ਮਿਲੇਗੀ। ਸੰਗਤ ਜੀ, ਥੋੜ੍ਹਾ ਜਿਹਾ ਅਸੀਂ ਦੇਖੀਏ ਕਿ ਹਿੰਦੁਸਤਾਨ ਦੇ ਵਿੱਚ ਕਿਹੜੇ-ਕਿਹੜੇ ਤਰੀਕਿਆਂ ਨਾਲ ਵਿਆਹ ਹੁੰਦੇ ਸਨ। 8 ਤਰੀਕਿਆਂ ਦੇ ਨਾਲ ਭਾਰਤ ਵਰਸ਼ ਦੇ ਵਿੱਚ ਵਿਆਹ ਹੁੰਦੇ ਸਨ। ਇਹ ਮਨੂ ਸਮ੍ਰਿਤੀ, ਜਿਹੜੇ ਮਨੂ ਨੇ ਮਰਿਆਦਾ ਬੰਨੀਆਂ ਸੀਗੀਆਂ, ਰਿਸ਼ੀ ਮਨੂ ਨੇ। ਇੱਕ ਸੀ ਬ੍ਰਹਮ ਵਿਆਹ, ਜਿਹਦੇ ਵਿੱਚ ਸੀ ਕਿ ਵਰ ਨੂੰ ਘਰ ਬੁਲਾ ਕੇ ਗਹਿਣੇ ਵਸਤਰ ਦੇ ਨਾਲ ਕੰਨਿਆ ਆਪਣੀ ਦਾਨ ਕਰ ਦੇਣ, ਜਿਹੜਾ ਅੱਜ ਦਾਜ ਦਾ ਰੂਪ ਲੈ ਚੁੱਕੀ ਹੈ। ਦੂਸਰਾ ਦੇਵ ਵਿਆਹ, ਜਗ ਵਿਧੀ ਕਰਵਾਉਣ ਵਾਲੇ ਬ੍ਰਾਹਮਣ ਨੂੰ ਕੰਨਿਆ ਦਾਨ ਕਰ ਦੇਣੀ। ਤੀਸਰਾ ਆਸਨ ਵਿਆਹ, ਜਦੋਂ ਆਪਣੀ ਕੰਨਿਆ ਦੇਣੀ ਹੈ ਕਿਸੇ ਵਰ ਨੂੰ, ਲੜਕੇ ਨੂੰ, ਤਾਂ ਫਿਰ ਬਦਲੇ ਦੇ ਵਿੱਚ ਉਹਦੇ ਕੋਲੋਂ 2 ਬਲਦ ਲੈ ਲੈਣੇ, ਕਿਉਂਕਿ ਖੇਤੀ ਪ੍ਰਧਾਨ ਕਿੱਤਾ ਸੀਗਾ, ਵੀ ਅਸੀਂ ਆਪਣੀ ਲੜਕੀ ਦੇ ਰਹੇ ਹਾਂ, ਤੁਸੀਂ ਸਾਨੂੰ 2 ਬਲਦ ਦਿਓ। ਇਸ ਤਰ੍ਹਾਂ ਦਾ ਵੀ ਕਲਚਰ ਆ ਹਿੰਦੁਸਤਾਨ ਦੇ ਵਿੱਚ। ਅਗਲਾ ਹੈ ਪ੍ਰਜਾਪਤ ਵਿਆਹ, ਜਦੋਂ ਲਾੜਾ ਤੇ ਲਾੜੀ ਇਸ ਕਾਰਨ ਵਿਆਹ ਕਰਦੇ ਨੇ ਆਪਸ ਦੇ ਵਿੱਚ ਕਿ ਲੜਕੀ ਦੇ ਪਿਤਾ ਦੇ ਕੋਈ ਸੰਤਾਨ ਨਹੀਂ, ਤੇ ਜਿਹੜੀ ਸਾਡੀ ਪਹਿਲੀ ਸੰਤਾਨ ਹੋਏਗੀ, ਉਹ ਵੀ ਜਿਹੜਾ ਪੁੱਤਰ ਸੰਤਾਨ ਅਗਰ ਹੋਏਗਾ, ਉਹ ਫਿਰ ਨਾਨੇ ਨੂੰ ਦੇ ਦਿੱਤੀ ਜਾਵੇਗੀ।
ਅਗਲਾ ਹੈ ਗੰਧਰਵ ਵਿਆਹ। ਇਹ ਹੈ ਵਰ ਤੇ ਕੰਨਿਆ ਦਾ ਵਿਆਹ ਤੋਂ ਪਹਿਲਾਂ ਆਪਸ ਵਿੱਚ ਪ੍ਰੇਮ ਪਿਆਰ ਹੋ ਜਾਣਾ। ਫਿਰ ਹੈ ਰਾਖਸ਼ ਵਿਆਹ, ਕੰਨਿਆ ਨੂੰ ਜੰਗ ਵਿੱਚ ਜਿੱਤ ਕੇ ਲੈ ਜਾਣਾ। ਮਤਲਬ ਇਹ ਦੇਖੋ ਸੰਗਤ ਜੀ ਕਿਹੋ ਜਿਹੇ ਇਹ ਰਿਵਾਜ ਰਹੇ ਨੇ ਆਪਣੇ ਹਿੰਦੁਸਤਾਨ ਦੇ। ਪਿਸ਼ਾਚ ਵਿਆਹ, ਰੋਂਦੀ ਕੁਰਲਾਂਦੀ ਲੜਕੀ ਨੂੰ ਜ਼ਬਰਦਸਤੀ ਖੋਹ ਕੇ ਲੈ ਜਾਣਾ। ਆਸਰ ਵਿਆਹ, ਲੜਕੇ ਵਾਲੇ ਲੜਕੀ ਦੇ ਪਿਤਾ ਨੂੰ ਧਨ ਦੇਣ ਤਾਂ ਵਿਆਹ ਕਰਨਾ। ਸੋ ਦੇਖੋ ਕਿਹੋ ਜਿਹਾ ਰਾਖਸ਼ ਵਿਆਹ, ਪਿਸ਼ਾਚ ਵਿਆਹ, ਇਹ ਕਿਹੋ ਜਿਹੇ। ਔਰ ਸਿੱਖ ਮਰਿਆਦਾ ਦੇ ਵਿੱਚ, ਗੁਰਮਤ ਦੇ ਵਿੱਚ ਇਹ ਇੱਥੇ ਤਾਂ ਔਰਤ ਨੂੰ ਦਾ ਜਿਹੜਾ ਨਿਰਾਦਰ ਕੀਤਾ ਜਾ ਰਿਹਾ ਨਾ, ਰੋਂਦੀ ਕੁਰਲਾਂਦੀ ਲੜਕੀ ਨੂੰ ਜ਼ਬਰਦਸਤੀ ਖੋਹ ਕੇ ਲੈ ਜਾਣਾ, ਜੰਗ ਵਿੱਚ ਉਹਨੂੰ ਜਿੱਤ ਕੇ ਲੈ ਜਾਣਾ। ਔਰ ਨਾਰੀ ਨੂੰ ਨਿੰਦਿਆ ਵੀ ਗਿਆ, ਕਈ ਧਰਮਾਂ ਨੇ ਨਿੰਦਿਆ। ਕਿਸੇ ਨੇ ਕਿਹਾ ਇਹ ਤਾੜਨ ਦੀ ਅਧਿਕਾਰੀ ਆ, ਕਿਸੇ ਨੇ ਕਿਹਾ ਪੈਰ ਦੀ ਜੁੱਤੀ ਆ, ਕਿਸੇ ਨੇ ਕਿਹਾ ਨਰਕ ਦੀ ਦੁਆਰੀ ਆ, ਕਿਸੇ ਨੇ ਕਿਹਾ ਇਹ ਮਾਇਆ ਆ, ਬਹੁਤ ਕੁਛ ਕਿਹਾ। ਲੇਕਿਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਤਨਾ ਔਰਤ ਦਾ ਸਤਿਕਾਰ ਕੀਤਾ। ਮਹਾਰਾਜ ਨੇ ਕਿਹਾ ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਹੋਵੇ ਰਾਹੋ। ਭੰਡ ਮੂਆ ਭੰਡ ਭਾਲੀਐ, ਭੰਡ ਹੋਏ ਬੰਧਾਨ, ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਮਹਾਰਾਜ ਕਹਿੰਦੇ ਤੁਸੀਂ ਔਰਤ ਨੂੰ ਨਿੰਦਦੇ ਹੋ, ਉਹਦਾ ਨਿਰਾਦਰ ਕਰਦੇ ਹੋ, ਉਹਨੂੰ ਰੋਂਦੀ ਕੁਰਲਾਂਦੀ ਨੂੰ ਖਿੱਚ ਕੇ ਲੈ ਆਉਂਦੇ ਹੋ, ਧੂ ਕੇ ਲੈ ਆਉਂਦੇ ਹੋ, ਜ਼ਬਰਦਸਤੀ ਜੰਗਾਂ ਵਿੱਚ ਜਿੱਤ ਕੇ ਲੈ ਕੇ ਆਉਂਦੇ ਹੋ, ਇਹਨੂੰ ਇਤਨੀ ਤੁਸੀਂ ਮਾੜੀ ਸਮਝਦੇ ਹੋ। ਮਹਾਰਾਜ ਕਹਿੰਦੇ ਨੇ ਤੁਸੀਂ ਤਾਂ ਪੈਦਾ ਵੀ ਔਰਤ ਤੋਂ ਹੀ ਹੁੰਦੇ ਹੋ, ਤੁਹਾਨੂੰ ਕਨਸੀਵ ਵੀ ਇੱਕ ਔਰਤ ਹੀ ਕਰਦੀ ਹੈ, ਤੁਹਾਡਾ ਮੰਗਣਾ ਵੀ ਔਰਤ ਨਾਲ ਹੁੰਦਾ, ਤੁਹਾਡਾ ਵਿਆਹ ਵੀ ਔਰਤ ਦੇ ਨਾਲ ਹੁੰਦਾ, ਔਰ ਸੰਸਾਰ ਨੂੰ ਚਲਾਉਣ ਵਾਲੀ ਵੀ ਔਰਤ ਹੀ ਹੈ। ਇਹਦੇ ਨਾਲ ਹੀ ਮਿਲ ਕੇ ਤੇਰਾ ਸੰਸਾਰ ਚੱਲਦਾ। ਜਦੋਂ ਔਰਤ ਮਰ ਜਾਂਦੀ ਤਾਂ ਦੂਸਰੀ ਲੱਭਣ ਲੱਗ ਜਾਂਦਾ। ਭੰਡ ਮੂਆ ਭੰਡ ਭਾਲੀਏ, ਜਦੋਂ ਮਰਦੀ ਹੈ ਹੋਰ ਲੱਭਣ ਲੱਗ ਜਾਂਦਾ ਹੈ। ਭੰਡ ਹੋਏ ਬੰਧਾਨ, ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਮਾਰੇ ਕਹਿੰਦੇ ਇਹੋ ਜਿਹੀ ਔਰਤ ਜਿਹਦਾ ਤੇਰੇ ਜੀਵਨ ਵਿੱਚ ਇਤਨਾ ਵੱਡਾ ਯੋਗਦਾਨ ਆ, ਤੂੰ ਉਹਨੂੰ ਕਿਉਂ ਮੰਦਾ ਆਖਦਾ ਹੈ। ਰਾਜਿਆਂ ਨੂੰ ਅੱਗੇ ਬਹੁਤ ਜ਼ਿਆਦਾ ਸਮਝਦੇ ਸੀ, ਅੱਜ ਵੀ ਸਮਝਦੇ, ਜਿਨ੍ਹਾਂ ਕੋਲ ਬਹੁਤ ਧਨ ਦੌਲਤ ਪਦਾਰਥ ਦਾ ਰਾਜ ਭਾਗ ਭੋਗਦੇ ਨੇ। ਮਹਾਰਾਜ ਜੀ ਕਹਿੰਦੇ ਨੇ ਸੋ ਕਿਉਂ ਮੰਦਾ ਆਖੇ ਜਿਤ ਜੰਮੇ ਰਾਜਾਨ, ਉਹ ਰਾਜਿਆਂ ਨੂੰ ਜਨਮ ਦੇਣ ਵਾਲੀ ਵੀ ਔਰਤ ਹੀ ਹੈ। ਸੋ ਮਹਾਂਪੁਰਖ ਲੋਕ ਕਹਿੰਦੇ ਨੇ ਇਹ ਜਿਹੜਾ ਗ੍ਰਸਥੀ ਹੈ ਨਾ, ਗ੍ਰਸਥ ਜੀਵਨ ਜਿਹੜਾ ਹੈ, ਇਹ ਤਾਂ ਸਾਗਰ ਸਮੁੰਦਰ ਦੀ ਤਰ੍ਹਾਂ ਹੈ। ਜਿਵੇਂ ਸਮੁੰਦਰ ਦੇ ਵਿੱਚ ਕਿਤਨੇ ਹੀ ਰਤਨ ਪਦਾਰਥ ਛੁਪੇ ਹੋਏ ਨੇ, ਜਿਹੜਾ ਚੁੱਭੀ ਮਾਰਦਾ ਉਹ ਕੱਢ ਲੈਂਦਾ ਆ। ਇਸੇ ਤਰ੍ਹਾਂ ਗ੍ਰਸਥੀ ਦੇ ਵਿੱਚੋਂ ਹੀ ਸੰਤ, ਭਗਤ, ਪੀਰ, ਪੈਗੰਬਰ, ਰਿਸ਼ੀ, ਮੁਨੀ, ਔਲੀਆ, ਪਰਉਪਕਾਰੀ, ਬੰਦਗੀ ਵਾਲੀਆਂ ਰੂਹਾਂ, ਜਾਂ ਜਿਨ੍ਹਾਂ ਨੇ ਸੰਸਾਰ ਦਾ ਕਲਿਆਣ ਕੀਤਾ, ਕੋਈ ਵਿਗਿਆਨੀ, ਕੋਈ ਖੋਜੀ, ਸੰਸਾਰ ਦੇ ਭਲੇ ਲਈ ਜਿਨ੍ਹਾਂ ਨੇ ਸਾਧਨ ਪੈਦਾ ਕੀਤੇ ਨੇ, ਇਹ ਸਭ ਗ੍ਰਸਥੀ ਵਿੱਚੋਂ ਹੀ ਪੈਦਾ ਹੋਏ ਨੇ। ਸੋ ਗ੍ਰਸਥੀ ਨੂੰ ਨਿੰਦਣਾ ਨਹੀਂ, ਇਹਨੂੰ ਤਾਂ ਪ੍ਰਧਾਨ ਧਰਮ ਆਖਿਆ ਗਿਆ, ਧਰਮ ਆਖਿਆ ਗਿਆ ਹੈ। ਤੋ ਸੰਗਤ ਜੀ, ਸਿੱਖ ਮਰਿਆਦਾ ਦੇ ਵਿੱਚ, ਗੁਰਮਤ ਦੇ ਵਿੱਚ, ਜਿਹੜਾ ਜੋ ਲੜਕਾ ਲੜਕੀ, ਲਾੜੀ ਜਾਂ ਲਾੜਾ ਕਹਿ ਲਓ, ਵਰ ਜਾਂ ਕੰਨਿਆ ਕਹਿ ਲਓ, ਆਪਣਾ ਜਦੋਂ ਗ੍ਰਸਥੀ ਜੀਵਨ ਆਰੰਭ ਕਰਦੇ ਨੇ, ਤੋ ਪਰਿਵਾਰਾਂ ਸਮੇਤ, ਰਿਸ਼ਤੇਦਾਰਾਂ ਸਮੇਤ ਔਰ ਸਕੇ ਸੰਬੰਧੀਆਂ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਦੇ ਕੋਲੋਂ ਅਸੀਸਾਂ ਲੈਂਦੇ ਨੇ। ਔਰ 4 ਲਾਵਾਂ ਦਾ ਪਾਠ ਜਿਹੜਾ ਉਦੋਂ ਉਹ ਪੜ੍ਹਿਆ ਜਾਂਦਾ ਹੈ। ਔਰ ਪਰਿਕਰਮਾ ਕੀਤੀਆਂ ਜਾਂਦੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, 4 ਵਾਰ ਪਰਿਕਰਮਾ ਕੀਤੀਆਂ ਜਾਂਦੀਆਂ ਨੇ। ਉਹਦਾ ਭਾਵ ਉਹਦੇ ਪਿੱਛੇ ਇਹ ਹੁੰਦਾ ਹੈ ਕਿ ਉਹ ਲਾੜਾ ਲਾੜੀ, ਵਰ ਕੰਨਿਆ, ਬੱਚਾ ਜਾਂ ਬੱਚੀ, ਦੋਨੋਂ ਜਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਇੱਕ ਪ੍ਰੋਮਿਸ ਕਰਦੇ ਨੇ, ਇੱਕ ਪ੍ਰਤਿੱਗਿਆ ਕਰਦੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡਾ ਜੀਵਨ ਅੱਜ ਤੋਂ ਤੁਹਾਡੇ ਆਸ਼ੇ ਅਨੁਸਾਰ ਹੀ ਹੋਵੇਗਾ। ਜੋ ਆਪ ਜੀ 4 ਲਾਵਾਂ ਦੇ ਵਿੱਚ ਬਾਣੀ ਦੇ ਵਿੱਚੋਂ ਜੋ ਸਾਨੂੰ ਗਿਆਨ ਦੇਵੋਗੇ, ਮਹਾਰਾਜ ਜੀ ਇਸ ਗਿਆਨ ਰੂਪੀ ਅਸੀਂ ਜੀਵਨ ਜੀਵਾਂਗੇ, ਤਾਂ ਕਿ ਸਾਡਾ ਜੀਵਨ ਜਿਹੜਾ ਆਨੰਦਮਈ ਹੋ ਜਾਵੇ, ਤਾਂ ਕਿ ਸਾਡਾ ਗ੍ਰਸਥੀ ਜੀਵਨ ਵੀ ਸੁੰਦਰ ਹੋ ਜਾਵੇ ਔਰ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਵੀ ਹੋ ਜਾਵੇ, ਜਿਸ ਕਾਰਨ ਸਾਨੂੰ ਸੰਸਾਰ ਵਿੱਚ ਭੇਜਿਆ ਗਿਆ ਹੈ। ਤੋ ਸੰਗਤ ਜੀ, 4 ਲਾਵਾਂ ਜਿਹੜੀਆਂ ਪਾਠ ਹੈ, ਇਹ ਲਾਵਾਂ ਟਾਈਟਲ ਨਹੀਂ ਹੈ। ਸੂਹੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਜਿਹੜੀ ਹੈ ਦਰਜ ਹੈ। ਤੋ ਸੂਹੀ ਰਾਗ ਜਿਹੜਾ ਹੁੰਦਾ ਸੰਗਤ ਜੀ, ਇਹ ਡੀਪ ਲਵ, ਡਿਵੋਸ਼ਨ ਦਾ, ਔਰ ਇਤਨਾ ਕਿ ਡੀਪ ਲਵ ਕਿ ਕੁਰਬਾਨ ਹੋ ਜਾਣ ਵਾਲਾ ਪਿਆਰ ਆਪਣੇ ਪਿਆਰੇ ਤੋਂ। ਜਿਵੇਂ ਜੀਵ ਆਤਮਾ ਨੇ ਪਰਮਾਤਮਾ ਤੋਂ ਕੁਰਬਾਨ ਜਾਣਾ, ਇਹ ਸੂਹੀ ਰਾਗ ਇੱਥੋਂ ਤੱਕ ਸਾਨੂੰ ਲੈ ਜਾਂਦਾ।
ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਿੱਤਰ ਬਾਣੀ ਹੈ। ਤੋ ਪਹਿਲੀ ਲਾਮ ਦੇ ਵਿੱਚ ਗੁਰੂ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ? ਇਹ ਸਾਡੇ ਸਭ ਲਈ ਉਪਦੇਸ਼ ਹੈ, ਕਿਉਂਕਿ ਸਭ ਨੇ ਪਰਮਾਤਮਾ ਨੂੰ ਮਿਲਣਾ ਤੇ ਇੱਕੋ ਹੀ ਪੁਰਖ ਹੈ ਸੰਸਾਰ ਵਿੱਚ। ਬਾਕੀ ਸਾਰੇ ਅਸੀਂ ਜਿੰਨੇ ਜੀਵ ਆਤਮਾ ਨਾਰ ਸਮਾਈਆਂ, ਸਾਰੇ ਨਾਰਾਂ ਹੀ ਹਾਂ, ਸਾਰੇ ਜੀਵ ਇਸਤਰੀਆਂ ਆ, ਸਾਰੇ ਜੀਵ ਆਤਮਾ ਆ। ਤੇ ਜੀਵ ਆਤਮਾ ਨੇ ਪਰਮਾਤਮਾ ਨੂੰ ਕਿਵੇਂ ਮਿਲਣਾ ਔਰ ਗ੍ਰਸਤੀ ਜੀਵਨ ਸਾਡਾ ਕਿਵੇਂ ਆਨੰਦਮਈ ਹੋ ਜਾਵੇ? ਪਹਿਲੀ ਲਾਮ ਵਿੱਚ ਮਹਾਰਾਜ ਜੀ ਕਹਿੰਦੇ ਨੇ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲਵਿਕ ਪਾਪ ਗਵਾਇਆ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਪਹਿਲੀ ਲਾਮ ਵਿੱਚ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਕੀ ਉਪਦੇਸ਼ ਦਿੰਦੇ ਨੇ ਸੰਗਤ ਜੀ? ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਦੇ ਨਾਲ ਹੀ ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਜਾ ਸਕਦਾ ਹੈ। ਨਾਨਕ ਸਤਿਗੁਰ ਭੇਟੀਐ, ਪੂਰੀ ਹੋਵੇ ਜੁਗਤ। ਹਸੰਦਿਆਂ ਖਿਲੰਦਿਆਂ ਪੈਨੰਦਿਆਂ, ਵਿੱਚੇ ਹੋਵੇ ਮੁਕਤ। ਮਤਲਬ ਐਨ ਇੰਜੋਏ ਕਰਦਿਆਂ, ਹੱਸਦਿਆਂ ਖੇਡਦਿਆਂ, ਖਾਂਦਿਆਂ ਪਹਿਨਦਿਆਂ ਸਾਨੂੰ ਮੁਕਤੀ ਵੀ ਮਿਲ ਜਾਵੇ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਕਿਉਂਕਿ ਗ੍ਰਸਤੀ ਕੋਲ ਪਰਿਵਾਰ ਹੋਣਾ, ਪੁੱਤਰ ਧੀਆਂ ਪਤਨੀ ਮਾਤਾ ਪਿਤਾ ਬੱਚੇ ਪਰਿਵਾਰ, ਇਹਦੇ ਵਿੱਚੇ ਹੀ ਮਹਾਰਾਜ ਜੀ ਕਹਿੰਦੇ ਤੈਨੂੰ ਗਤੀ ਹੋ ਜਾਏਗੀ। ਬਸ ਆਹ ਜੋ ਉਪਦੇਸ਼ ਜੋ ਦਿੱਤਾ ਇਹਦੇ ਅਨੁਸਾਰ ਆਪਣਾ ਜੀਵਨ ਜੀ ਲਾ। ਸੋ ਪਹਿਲੀ ਲਾਮ ਦੇ ਵਿੱਚ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ? ਇਹਦੇ ਪਹਿਲੀ ਲਾਮ ਵਿੱਚ ਇੱਕ ਤਾਂ ਪ੍ਰਵਿਰਤੀ ਕਰਮ ਕਰਨ ਨੂੰ ਕਿਹਾ, ਇੱਕ ਹੁੰਦੇ ਨੇ ਨਿਵਰਤੀ ਕਰਮ। ਨਿਵਰਤੀ ਕਰਮ ਹੁੰਦਾ ਪਰਿਵਾਰ ਛੱਡ ਦਿਓ, ਮਾਤਾ ਪਿਤਾ ਛੱਡ ਦਿਓ, ਬੱਚੇ ਛੱਡ ਦਿਓ, ਪਰਮਾਤਮਾ ਨੂੰ ਪਾਉਣ ਦੇ ਲਈ ਸਾਰਾ ਕੁਝ ਤਿਆਗ ਕਰਕੇ ਕਿਤੇ ਜੰਗਲਾਂ ਪਹਾੜਾਂ ਵਿੱਚ ਬੈਠ ਜਾਓ, ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਓ। ਲੇਕਿਨ ਨਹੀਂ, ਸਾਡੇ ਤਾਂ ਗੁਰੂ ਸਾਹਿਬਾਨ ਜੀ ਗ੍ਰਸਤੀ ਹੋਏ ਨੇ ਔਰ ਸਿੱਖਾਂ ਨੂੰ ਵੀ ਗ੍ਰਸਤੀ ਹੋਣ ਲਈ ਕਿਹਾ। ਇਹ ਪ੍ਰਵਿਰਤੀ ਕਰਮ ਕਰਨੇ ਨੇ, ਆਪਣੀਆਂ ਡਿਊਟੀਆਂ ਪੂਰੀਆਂ ਕਰਨੀਆਂ ਨੇ। ਔਰ ਕਰਮ ਕਿਹੋ ਜਿਹਾ ਕਰਨੇ ਨੇ? ਪ੍ਰਵਿਰਤੀ ਦਾ ਮਤਲਬ ਹੁੰਦਾ ਸੰਗਤ ਜੀ ਹਾਈਐਸਟ, ਸ਼੍ਰੋਮਣੀ, ਪ੍ਰਧਾਨ ਕਰਮ, ਸ੍ਰੇਸ਼ਟ ਕਰਮ। ਸ੍ਰੇਸ਼ਟ ਕਰਮ ਕਰਨੇ, ਕਰਮ ਤਾਂ ਕਰਨੇ ਨੇ ਗ੍ਰਸਤੀ ਨੇ, ਲੇਕਿਨ ਸ੍ਰੇਸ਼ਟ, ਸ਼੍ਰੋਮਣੀ, ਪ੍ਰਧਾਨ। ਤਾਂ ਉਹਦੇ ਵਿੱਚ ਮਹਾਰਾਜ ਜੀ ਸਮਝਾਣਗੇ ਵੀ ਕਿਹੋ ਜਿਹੇ ਤੂੰ ਕਰਮ ਕਰਨੇ ਨੇ। ਇੱਕ ਤਾਂ ਤੂੰ ਸ੍ਰੇਸ਼ਟ ਕਰਮ ਕਰਨੇ ਨੇ, ਗ੍ਰਸਤੀ ਦੇ ਫਰਜ਼ ਪੱਕੇ ਕੀਤੇ ਨੇ, ਆਪਣੇ ਤੂੰ ਡਿਊਟੀਆਂ ਪੂਰੀਆਂ ਕਰਨੀਆਂ। ਆਪਣੇ ਮਾਤਾ ਪਿਤਾ ਦੇ ਪ੍ਰਤੀ ਵੀ ਤੇਰੇ ਫਰਜ਼ ਨੇ, ਭੈਣ ਭਰਾਵਾਂ ਰਿਸ਼ਤੇਦਾਰ ਸੰਬੰਧੀਆਂ ਦੇ ਪ੍ਰਤੀ ਵੀ ਫਰਜ਼ ਨੇ, ਪਤੀ ਪਤਨੀ ਦੇ ਵੀ ਆਪਸ ਵਿੱਚ ਫਰਜ਼ ਨੇ, ਬੱਚਿਆਂ ਦੇ ਪਾਲਣ ਪੋਸ਼ਣ ਦੇ ਫਰਜ਼ ਨੇ, ਸਮਾਜ ਦੇ ਪ੍ਰਤੀ ਵੀ ਨੇ। ਇਹ ਫਰਜ਼ ਆਪਣੇ ਪੂਰੇ ਕਰਨੇ ਨੇ। ਇਹ ਪ੍ਰਵਿਰਤੀ ਕਰਮਾਂ ਵਿੱਚ ਹੀ ਆ ਜਾਂਦਾ ਸੰਗਤ ਜੀ। ਔਰ ਦੂਸਰਾ ਕਿਹਾ ਗੁਰਬਾਣੀ ਅਨੁਸਾਰ ਜੀਵਨ ਜੀਣਾ ਔਰ ਧਰਮ ਨੂੰ ਦ੍ਰਿੜ ਕਰਨਾ। ਧਰਮ ਕੀ ਹੈ? ਜੋ ਕੌਸਮਿਕ ਲਾਅ ਹੈ, ਜੋ ਦੇਵੀ ਵਿਧਾਨ ਆ, ਜੋ ਰੱਬੀ ਕਾਨੂੰਨ ਆ, ਜਿਹੜਾ ਉਹਦਾ ਅਟੱਲ ਹੁਕਮ ਆ ਪਰਮਾਤਮਾ ਦਾ, ਉਸ ਦੇ ਅਨੁਸਾਰ ਆਪਣਾ ਜੀਵਨ ਜੀਣਾ ਹੀ ਧਰਮ ਕਮਾਣਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਆ? ਪਰਮਾਤਮਾ ਦੀ ਬੰਦਗੀ ਕਰਨੀ, ਉਹਦਾ ਨਾਮ ਜਪਣਾ ਤੇ ਨਿਰਮਲ ਕਰਮ, ਪਵਿੱਤਰ ਕਰਮ ਕਰਨੇ ਨੇ। ਪਵਿੱਤਰ ਕਰਮ ਜਿਹੜਾ ਕਰਦਾ ਹੋਵੇਗਾ, ਉਹਦਾ ਕਿਹੋ ਜਿਹੀ ਅੰਦਰਲੀ ਅਵਸਥਾ ਹੋਵੇਗੀ ਸੰਗਤ? ਜਿਹੜਾ ਨਿਰਮਲ ਜਿਹਦੇ ਕਰਮ ਹੋਣਗੇ। ਸੋ ਅਗਲਾ ਵਿੱਚ ਪਹਿਲੀ ਲਾਮ ਵਿੱਚ ਮਹਾਰਾਜ ਕਹਿੰਦੇ ਪਾਪਾਂ ਦਾ ਤਿਆਗ ਕਰ। ਅਗਰ ਪਾਪਾਂ ਦਾ ਤਿਆਗ ਨਹੀਂ ਕੀਤਾ, ਫਿਰ ਨਹੀਂ ਤੂੰ ਪਰਮਾਤਮਾ ਨੂੰ ਮਿਲਣ ਪਾਉਣਾ, ਫਿਰ ਤੂੰ ਮਹਿਲਾਂ ਦੇ ਵਿੱਚ ਹੀ ਰਹਿ ਜਾਣਾ ਹੈ। ਤੋ ਗੁਰਬਾਣੀ ਵਿੱਚ ਮਹਾਰਾਜ ਜੀ ਜਪਜੀ ਸਾਹਿਬ ਵਿੱਚ ਸਾਨੂੰ ਰੋਜ਼ ਸਮਝਾਉਂਦੇ ਨੇ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਪੁੰਨ ਪਾਪ ਕੋ ਕਹਿਣ ਦੀਆਂ ਗੱਲਾਂ ਨਹੀਂ, ਤੂੰ ਖੁਦ ਹੀ ਕਰ ਰਿਹਾ ਹੈ। ਭਲੇ ਕਰਮ ਕਰੇਗਾ ਪੁੰਨ ਹੋ ਜਾਣਗੇ, ਮਾੜੇ ਕਰਮ ਕਰੇਗਾ ਪਾਪ ਹੋ ਜਾਣਗੇ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾ। ਤੂੰ ਆਪ ਹੀ ਬੀਜਦਾ ਕਰਮਾਂ ਦੇ ਬੀਜ ਔਰ ਆਪ ਹੀ ਤੂੰ ਇਹਨਾਂ ਦਾ ਫਿਰ ਫਲ ਜਿਹੜਾ ਖਾਂਦਾ। ਮਾੜੇ ਕਰਮ ਕਰੇਗਾ ਤਾਂ ਕੀ ਹੋ ਜਾਏਗਾ? ਪਾਪਾਂ ਦਾ ਦੇਖੋ ਬਾਣੀ ਵਿੱਚ ਮਹਾਰਾਜ ਨੇ ਕਿੰਨਾ ਕਿਹਾ। ਮਹਾਰਾਜ ਕਹਿੰਦੇ ਜਿਹੜੇ ਪਾਪ ਕਰਮ ਕਰਦੇ ਨੇ, ਮਾੜੇ ਕਰਮ ਕਰਦੇ ਨੇ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਉਹ ਤਾਂ ਹਾਏ ਹਾਏ ਕਰਦੇ ਨੇ, ਦੁਖੀ ਨਹੀਂ। ਨਾਨਕ ਜਿਉ ਮੱਥਣ ਮਧਾਣੀਆਂ ਤਿਉ ਮੱਥੇ ਧਰਮ ਰਾਏ। ਜਿਵੇਂ ਮਧਾਣੀ ਪਾਈ ਦੀ ਨਾ ਦਹੀਂ ਦੇ ਵਿੱਚ ਰਿੜਕਣ ਦੇ ਲਈ, ਮੱਖਣ ਕੱਢਣ ਦੇ ਲਈ,
ਤਾਂ ਕਿਵੇਂ ਉਹ ਰਿੜਕਦੀ ਆ ਦਹੀਂ ਨੂੰ, ਇਵੇਂ ਧਰਮ ਰਾਏ ਜਿਹੜਾ ਤੇਰੇ ਫਿਰ ਕਰਮਾਂ ਦਾ ਹਿਸਾਬ ਕਿਤਾਬ ਚੰਗੀ ਤਰ੍ਹਾਂ ਲੈਂਦਾ। ਸੋ ਮਹਾਰਾਜ ਕਹਿੰਦੇ ਆ ਪਾਪ ਨਹੀਂ ਕਰਨੇ। ਬੰਦਾ ਪਾਪ ਕਰਦਾ ਕਿਵੇਂ ਹੈ? ਪਾਪ ਕਰੇ ਪੰਚਾ ਕੇ ਬਸਰੇ, 5 ਵਿਕਾਰਾਂ ਦੇ ਅਧੀਨ ਕਰਦਾ ਬਸ ਜਿਹੜਾ ਪਾਪ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਮਹਾਰਾਜ ਕਹਿੰਦੇ ਇਹਨਾਂ ਤੋਂ ਪਾਰ ਹੋ ਜਾ। ਸ਼ੁਭ ਕਰਮ ਕਰ, ਗੁਣਾਂ ਦਾ ਧਾਰਨੀ ਤੂੰ ਹੋ ਜਾ, ਧਰਮ ਨੂੰ ਦ੍ਰਿੜ ਕਰ ਲਾ। ਧਰਮ ਹੀ ਤੈਨੂੰ ਕਹਿੰਦਾ ਆ ਤੂੰ ਨਿਰਮਲ ਕਰਮ ਕਰ। ਹੋਰ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਬੰਦਗੀ ਕਰ। ਤੇ ਇਹ ਜਿਹੜਾ ਹੈ ਪਹਿਲੀ ਲਾਮ ਦੇ ਵਿੱਚ ਇੱਕ ਵਾਰ ਫਿਰ ਅਸੀਂ ਸੁਣ ਲਈਏ ਕੀ ਕਰਨਾ ਹੈ। ਗ੍ਰਸਤੀਆਂ ਦੇ ਫਰਜ਼ ਪੱਕੇ ਕੀਤੇ ਨੇ ਮਹਾਰਾਜ ਨੇ, ਆਪਣੀਆਂ ਡਿਊਟੀਆਂ ਪੂਰੀਆਂ ਕਰੋ ਸਾਰੇ ਜਾਣੇ, ਔਰ ਸ਼ੁਭ ਕਰਮ ਕਰਨੇ ਨੇ, ਪਾਪ ਕਰਮਾਂ ਦਾ ਤਿਆਗ ਕਰਨਾ, ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਣਾ, ਧਰਮ ਨੂੰ ਦ੍ਰਿੜ ਕਰਨਾ ਆ, ਨਿਰਮਲ ਕਰਮ ਕਰਨੇ ਨੇ, ਰੱਬੀ ਕਾਨੂੰਨਾਂ ਅਨੁਸਾਰ ਆਪਣਾ ਜੀਵਨ ਜੀਣਾ, ਪਾਪ ਕਰਮਾਂ ਦਾ ਤਿਆਗ ਕਰਨਾ ਔਰ ਬੰਦਗੀ ਕਰਨੀ। ਸੰਗਤ ਜੀ ਇਹ ਦੇਖੋ, ਇਹ ਗ੍ਰਸਤੀਆਂ ਵਿੱਚ ਅਗਰ ਪਤੀ ਪਤਨੀ ਦੇ ਵਿੱਚ, ਸਾਰੇ ਪਰਿਵਾਰ ਵਿੱਚ ਅਗਰ ਇਹ ਗੁਣ ਆ ਜਾਣ, ਉਹ ਆਨੰਦਮਈ ਜੀਵਨ ਸਾਰਾ ਹੀ ਪਰਿਵਾਰ ਜੀਵੇਗਾ ਕਿ ਨਹੀਂ? ਪਤੀ ਪਤਨੀ ਵੀ ਔਰ ਸਾਰਾ ਹੀ ਪਰਿਵਾਰ। ਛੋਟਾ ਜਿਹਾ ਪਰਿਵਾਰ ਜਿਹੜਾ ਇੱਕ ਹੁੰਦਾ, ਫਿਰ ਕਰਦਿਆਂ ਕਰਦਿਆਂ ਸਮਾਜ ਇੱਕ ਸਾਡਾ ਵੱਡਾ ਪਰਿਵਾਰ ਹੋ ਜਾਂਦਾ। ਸਭ ਜਗ੍ਹਾ ਆਨੰਦ ਹੋ ਸਕਦਾ ਅਗਰ ਇਹ ਰੂਲਸ ਨੂੰ ਅਸੀਂ ਫੋਲੋ ਕਰ ਲਈਏ। ਤੇ ਦੂਸਰੀ ਲਾਮ ਦੇ ਵਿੱਚ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ ਸਾਰਿਆਂ ਨੂੰ? ਮਹਾਰਾਜ ਕਹਿੰਦੇ ਨੇ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਮਲ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਏ। ਇਹ ਤਾਂ ਇਸ ਤਰ੍ਹਾਂ ਨੇ ਲਾਵਾਂ ਦਾ ਬਾਣੀ ਜਿਹੜੀ ਹੈ, ਇਹ ਤਰ੍ਹਾਂ ਪਬੜੀਏ ਚੜੀਏ ਹੋਏ ਕੀਸ। ਇਹ ਰਾਹ ਦੇ ਉੱਤੇ ਪੌੜੀਆਂ ਚੜ੍ਹਦੇ ਜਾਵਾਂਗੇ, 21 ਇੱਕਮਿਕ ਹੋ ਜਾਵਾਂਗੇ ਪਰਮਾਤਮਾ ਦੇ ਨਾਲ। ਇਵੇਂ ਹੀ ਪਤੀ ਪਤਨੀ ਗ੍ਰਸਤੀ ਜਿਹੜੇ ਨੇ, ਜਦੋਂ ਇਸ ਅਨੁਸਾਰ ਆਪਣਾ ਜੀਵਨ ਜੀਣ ਲੱਗੇ, ਉਹ ਵੀ ਇੱਕਮਿਕ ਹੋ ਜਾਣਗੇ। ਆਪਸ ਦੇ ਵਿੱਚ ਅੰਡਰਸਟੈਂਡਿੰਗ ਇੰਨੀ ਵੱਧ ਜਾਏਗੀ, ਆਨੰਦਮਈ ਜੀਵਨ ਜਿਉਣ ਲੱਗ ਜਾਣਗੇ। ਸੋ ਦੂਜੀ ਲਾਭ ਦੇ ਵਿੱਚ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਕਿ ਸੱਚੇ ਗੁਰਾਂ ਦੇ ਨਾਲ ਮਿਲ, ਕਿਉਂਕਿ ਤੈਨੂੰ ਕੌਣ ਦੱਸੇਗਾ ਪਾਪ ਕੀ ਨੇ ਤਾਂ ਪੁੰਨ ਕੀ ਨੇ? ਤੂੰ ਤਾਂ ਕਹਿੰਦਾ ਮੈਂ ਭਲਾ ਹੀ ਹਾਂ, ਮੈਂ ਤਾਂ ਭਲਾ ਹੀ ਹਾਂ। ਤੈਨੂੰ ਗੁਰੂ ਦੱਸੇਗਾ, ਸੱਚੇ ਗੁਰਾਂ ਨੂੰ ਮਿਲ। ਕਿਉਂਕਿ ਗੁਰਬਾਣੀ ਵਿੱਚ ਕਿਹਾ, ਸੱਤੀ ਪਹਿਰੀ ਸਤ ਭਲਾ, ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਇੱਕ ਪੈਰ ਅੰਮ੍ਰਿਤ ਵੇਲਾ ਇਕਾਂਤ ਵਿੱਚ ਬੈਠ ਕੇ ਬੰਦਗੀ ਕਰ। 7 ਪੈਰ ਬਾਕੀ ਜਿਹੜੇ ਨੇ, ਤੂੰ ਪੜਿਆਂ ਦੇ ਪਾਸ ਬੈਠ, ਜਿਨ੍ਹਾਂ ਨੇ ਰੱਬੀ ਕਾਨੂੰਨ ਪੜ੍ਹੇ ਨੇ, ਜਿਨ੍ਹਾਂ ਨੇ ਪਰਮਾਤਮਾ ਵਿੱਚ ਜਿਹੜੇ ਇੱਕਮਿਕ ਹੋ ਗਏ ਨੇ, ਤੂੰ ਉਹਨਾਂ ਦੇ ਪਾਸ ਬੈਠ। ਉਹ ਕੀ ਕਰਨਗੇ? ਉੱਥੇ ਪਾਪ ਪੁੰਨ ਵਿਚਾਰੀਏ, ਉਹ ਤੈਨੂੰ ਦੱਸ ਦੇਣਗੇ ਇਹ ਮਾੜੇ ਕਰਮ ਨੇ, ਇਹ ਮੈਲੇ ਕਰਮ ਨੇ, ਇਹ ਭਲੇ ਕਰਮ ਨੇ, ਇਹ ਕਰ ਲਾ। ਕੂੜੇ ਕੱਟੇ ਰਾਸ, ਤੇਰੀਆਂ ਮੈਲਾਂ ਜਿਹੜੀਆਂ ਦੂਰ ਹੋ ਜਾਣਗੀਆਂ। ਸੋ ਗੁਰੂ ਨੂੰ ਮਿਲ, ਗੁਰੂ ਦੇ ਵਚਨ ਕਮਾ, ਗੁਰੂ ਦੀ ਬਾਣੀ ਨੂੰ ਪੜ੍ਹ, ਗੁਰੂ ਵਾਲਾ ਬਣ। ਤੇ ਗੁਰੂ ਦੀ ਬਾਣੀ ਦੇ ਮੁਤਾਬਕ ਜਦੋਂ ਜੀਵਨ ਜੀਵੇਂਗਾ, ਹਉਮੈ ਦੇ ਰੋਗ ਤੋਂ ਤੇਰੀ ਮੁਕਤੀ ਹੋ ਜਾਏਗੀ ਔਰ ਤੇਰੇ ਅੰਦਰ ਨਿਰਮਲ ਭੈ ਆ ਜਾਏਗਾ। ਇੱਕ ਹੁੰਦਾ ਡਰ, ਇੱਕ ਡਰ ਜਿਹੜਾ ਸਾਨੂੰ ਦੁੱਖ ਦਿੰਦਾ। ਕੋਈ ਜ਼ਾਲਮ ਹੋਵੇ ਉਤੋਂ ਡਰੋ, ਦੁਖੀ ਹੋਣਾ ਸੀ। ਲੇਕਿਨ ਇਹ ਨਿਰਮਲ ਭੈ ਹੈ, ਇਹ ਪ੍ਰੇਮ ਭਰਿਆ, ਅਦਬ ਭਰਿਆ, ਸਤਿਕਾਰ ਭਰਿਆ। ਜਿਵੇਂ ਕੋਈ ਇਹੋ ਜਿਹਾ ਅਸੀਂ ਕਰਮ ਨਾ ਕਰੀਏ ਜਿਹੜਾ ਸਾਡੇ ਗੁਰੂ ਨੂੰ ਨਾ ਚੰਗਾ ਲੱਗਦਾ ਹੋਵੇ, ਜਿਹੜਾ ਪਰਮਾਤਮਾ ਨੂੰ ਨਾ ਚੰਗਾ ਲੱਗਦਾ ਹੋਵੇ, ਉਹਦੇ ਪ੍ਰੇਮ ਵਿੱਚ, ਉਹਦੇ ਅਦਬ ਵਿੱਚ, ਉਹਦੇ ਸਤਿਕਾਰ ਵਿੱਚ। ਇਵੇਂ ਹੀ ਪਤੀ ਪਤਨੀ ਕੋਈ ਵੀ ਇਹੋ ਜਿਹਾ ਕਰਮ ਨਹੀਂ ਕਰਨਾ ਇੱਕ ਦੂਸਰੇ ਦੇ ਪ੍ਰੇਮ ਦੇ ਵਿੱਚ ਜਿਹੜਾ ਮੇਰੇ ਪਤੀ ਨੂੰ ਨਹੀਂ ਚੰਗਾ ਲੱਗਦਾ, ਜਿਹੜਾ ਮੇਰੀ ਪਤਨੀ ਨੂੰ ਨਹੀਂ ਚੰਗਾ ਲੱਗਦਾ। ਤੇ ਦੇਖੋ ਕਿਤਨਾ ਸੁੰਦਰ ਗ੍ਰਸਤੀ ਜੀਵਨ ਹੋ ਸਕਦਾ ਦੋਨਾਂ ਦਾ। ਇਵੇਂ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਲਈ, ਇੱਕ ਦੂਸਰੇ ਦੇ ਲਈ, ਵੀ ਕੋਈ ਵੀ ਕਿਸੇ ਨੂੰ ਦਿਲ ਦਿਖਾਉਣ ਵਾਲਾ ਅਸੀਂ ਕੰਮ ਨਹੀਂ ਕਰਨਾ, ਗਲਤ ਕੰਮ ਕੋਈ ਨਹੀਂ ਕਰਨਾ। ਸੋ ਨਿਰਮਲ ਭੈ ਰੱਖਣਾ ਔਰ ਹਉਮੈ ਤੋਂ, ਲੜਾਈਆਂ ਮੈਂ ਦੀਆਂ ਗਈਆਂ ਸੰਗਤ ਜੀ, ਦੂਰੀਆਂ ਮੈਂ ਦੀਆਂ ਗਈਆਂ। ਸਾਡੀ ਵੀ ਪਰਮਾਤਮਾ ਤੋਂ ਦੂਰੀ ਜਿਹੜੀ ਆ ਮੈਂ ਕਾਰਨ ਆ, ਜਦੋਂ ਅਸੀਂ ਮੈਂ ਕਰਦੇ ਫਿਰਦੇ। ਜਦੋਂ ਤੂੰ ਹੋਣ ਲੱਗ ਜਾਂਦਾ, ਪਰਮਾਤਮਾ ਦੀ ਨੇੜਤਾ ਵੀ ਮਹਿਸੂਸ ਕਰਦੇ ਆ ਔਰ ਅੰਦਰ ਵੀ ਹਲਕਾ ਲੱਗਦਾ। ਔਰ ਜਦੋਂ ਮੈਂ ਕਰਦੇ ਆ ਤਾਂ ਅਹੰਕਾਰ ਤਾਂ ਇੱਕ ਆਕੜ ਆ, ਇਹ ਤਾਂ ਦੁੱਖ ਦਿੰਦਾ, ਇਹ ਤਾਂ ਅੰਦਰ ਨੂੰ ਝੁਕਣ ਨਹੀਂ ਦਿੰਦਾ।
ਸੋ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੀ, ਪਰਿਵਾਰਾਂ ਵਿੱਚ ਵੀ ਜਿਹੜਾ ਹਉਮੈ ਨੂੰ ਛੱਡਣਾ, ਮੈਂ ਨੂੰ ਛੱਡਣਾ ਆ। ਅਸੀਂ ਸਾਰੇ ਜਾਣੇ ਮਿਲ ਕੇ ਇੱਕ ਗ੍ਰਸਤੀ ਜੀਵਨ ਨੂੰ ਸੁੰਦਰ ਬਣਾਉਣਾ ਹੈ। ਔਰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ। ਦੂਜੀ ਲਾਮ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਨੇ, ਕਿਉਂਕਿ ਪਰਮਾਤਮਾ ਹਾਜ਼ਰ ਨਾਜ਼ਰ ਹੈ, ਹਾਜ਼ਰ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ। ਉਹਨੂੰ ਤੂੰ ਮਹਿਸੂਸ ਕਰ, ਉਹਨੂੰ ਫੀਲ ਕਰ, ਤਾਂ ਫਿਰ ਤੈਨੂੰ ਅਨਹਦ ਨਾਦ ਜਿਹੜਾ ਉਹ ਸੁਣੇਗਾ। ਉਹ ਜਿਹੜਾ ਤੇਰੇ ਅੰਦਰ ਹੀ ਹੈ ਨਾਦ, ਪਰਮਾਤਮਾ ਦੇ ਪ੍ਰੇਮ ਦਾ ਗੀਤ ਜਿਹੜਾ, ਉਹ ਜਿਹੜੀ ਉਹਦੀ ਧੁਨੀ ਹੈ ਪ੍ਰੇਮ ਦੀ, ਉਹ ਨਾਮ ਦੀ ਜਿਹੜੀ ਤੇਰੇ ਅੰਦਰ ਪ੍ਰਗਟ ਹੋ ਜਾਏਗੀ। ਤੇ ਤੂੰ ਨਾਲ ਰੰਗ ਰਤਨੀਆਂ ਰੂਹਾਂ ਦੀ ਸੰਗਤ ਕਰ ਤੇ ਬੰਦਗੀ ਕਰ। ਹੁਣ ਇਹ ਦੂਸਰੀ ਲਾਮ ਗ੍ਰਸਤੀਆਂ ਲਈ ਸਾਨੂੰ ਕੀ ਸਮਝਾਉਂਦੀ ਹੈ? ਇੱਕ ਇਹ ਤਾਂ ਹੋ ਗਿਆ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਨ ਲਈ ਕੀ ਕਰਨਾ, ਤੋ ਗ੍ਰਸਤੀ ਜੀਵਨ ਜੀਣ ਦੇ ਲਈ ਵੀ ਸੱਚੇ ਗੁਰਾਂ ਦੇ ਉਪਦੇਸ਼ ਲੈ। ਅਸੀਂ ਕਿਤੇ ਉਪਦੇਸ਼ ਲੈਣ ਲੱਗ ਜਾਂਦੇ ਹਾਂ ਲੜਾਕੀਆਂ ਦੇ, ਜਿਨ੍ਹਾਂ ਨੇ ਘਰ ਆਪਣੇ ਤੋੜੇ ਹੁੰਦੇ ਨੇ, ਜੇ ਮੈਂ ਵੀ ਇਸ ਤਰ੍ਹਾਂ ਜਵਾਬ ਦਿੱਤਾ, ਮੈਂ ਵੀ ਇਸ ਤਰ੍ਹਾਂ ਕੀਤਾ, ਹੰਕਾਰ ਸਾਰਾ ਨਹੀਂ। ਮਾਰੇ ਕਹਿੰਦੇ ਤੂੰ ਨਿਰਮਲ ਹੋ ਜਾ, ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤਰਾਈ। ਇੱਕ ਦੂਸਰੇ ਨੂੰ ਅਗਰ ਪਾਣਾ ਹੈ ਨਾ, ਪਰਿਵਾਰ ਦੇ ਸਾਰੇ ਮੈਂਬਰਾਂ ਨੇ, ਪਤੀ ਪਤਨੀ ਨੇ ਵੀ, ਫਿਰ ਨਿਮਰਤਾ ਦੇ ਵਿੱਚ, ਫਿਰ ਨਿਮਰਤਾ ਰੱਖਣੀ ਅੰਦਰ, ਨਿਰਮਲ ਭੈ ਰੱਖਣਾ ਵੀ ਮੈਂ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਨਾ ਜਿਹੜਾ ਮੇਰੇ ਪਰਿਵਾਰ ਦੇ ਲਈ ਚੰਗਾ ਨਹੀਂ, ਮੇਰੇ ਪਤੀ ਲਈ ਨੂੰ ਚੰਗਾ ਨਾ ਲੱਗੇ, ਮੇਰੀ ਪਤਨੀ ਨੂੰ ਚੰਗਾ ਨਾ ਲੱਗੇ। ਤਾਂ ਇਹ ਜਿੱਦਾਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ, ਇਵੇਂ ਹੀ ਪਤੀ ਪਤਨੀ ਨੂੰ। ਸਾਰਾ ਦਿਨ ਪਤੀ ਕੰਮ ਤੇ ਗਿਆ ਹੁੰਦਾ, ਪਤਨੀ ਆਪਣੇ ਕੰਮਾਂ ਵਿੱਚ ਹੁੰਦੀ, ਉਹ ਜੌਬ ਤੇ ਗਈ ਹੁੰਦੀ ਹੈ। ਦੂਰ ਰਹਿੰਦਿਆਂ ਹੋਇਆਂ ਵੀ, ਸਰੀਰਕ ਦੂਰੀ ਦੇ ਹੁੰਦਿਆਂ ਹੋਇਆਂ ਵੀ ਇੱਕ ਦੂਸਰੇ ਨੂੰ ਯਾਦ ਕਰਨਾ, ਇੱਕ ਦੂਸਰੇ ਦੇ ਪ੍ਰੇਮ ਵਿੱਚ ਜਿਉਣਾ, ਤਾਂ ਗ੍ਰਸਤੀ ਜੀਵਨ ਕਿਤਨਾ ਸੁੰਦਰ ਹੋ ਸਕਦਾ ਹੈ। ਫਿਰ ਆਪਣੇ ਆਪ ਉਹ ਪ੍ਰੇਮ ਦੀ ਧੁਨੀ ਅੰਦਰ ਗੂੰਜਦੀ ਇੱਕ ਦੂਸਰੇ ਦੇ ਲਈ। ਅਗਰ ਹਉਮੈ ਹੈ ਤਾਂ ਫਿਰ ਮੈਲਾਂ ਦੀ ਅੰਦਰ ਮੈਲ ਗੂੰਜੇਗੀ, ਲੇਕਿਨ ਅਗਰ ਪ੍ਰੇਮ ਹੈ, ਨਿਰਮਲ ਭੈ ਹੈ ਇੱਕ ਦੂਸਰੇ ਦੇ ਲਈ, ਫਿਰ ਅੰਦਰ ਪ੍ਰੇਮ ਦਾ ਨਾਦ ਜਿਹੜਾ ਗੂੰਜੇਗਾ ਪਤੀ ਪਤਨੀ ਦੇ ਅੰਦਰ। ਔਰ ਕਿਹਨਾਂ ਦੀ ਸੰਗਤ ਕਰਨੀ? ਜਿਹੜੀਆਂ ਜੁੜੀਆਂ ਨੇ ਪਰਮਾਤਮਾ ਦੇ ਨਾਲ। ਇੱਥੇ ਵੀ ਕਿਹਨਾਂ ਦੀ ਸੰਗਤ ਕਰਨੀ ਆ? ਜਿਨ੍ਹਾਂ ਨੇ ਆਪਣਾ ਘਰ ਬਣਾ ਕੇ ਰੱਖਿਆ, ਸਾਂਭ ਕੇ ਰੱਖਿਆ ਹੈ, ਪਤੀ ਪਤਨੀ ਦਾ ਪ੍ਰੇਮ ਹੈ ਆਪਸ ਦੇ ਵਿੱਚ, ਸੋਹਣਾ ਘਰ ਆ ਜਿਨ੍ਹਾਂ, ਉਹਨਾਂ ਦੀ ਕਰਨੀ ਸੰਗਤ ਔਰ ਬੰਦਗੀ ਕਰਨੀ। ਤੀਸਰਾ ਜਿਹੜੀ ਲਾਮ ਹੈ, ਇਹਦੇ ਵਿੱਚ ਮਾਰੇ ਕਹਿੰਦੇ ਹਰ ਤੀਜੜੀ ਲਾਮ ਮਨ ਚਾਉ ਭਇਆ, ਵੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥ ਕਹਾਣੀ। ਹਿਰਦੈ ਹਰ 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 ਤਨ ਉਪਜੀ, ਹਰ ਜਪੀਐ ਸਤਿਗੁਰ ਹਰ ਜਪੀਐ ਮਸਤਕ ਭਾਗ ਜਿਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਵੈਰਾਗ ਜਿਓ। ਤੀਸਰੀ ਲਾਮ ਦੇ ਵਿੱਚ ਕੀ ਹੁੰਦਾ? ਅੰਦਰ ਇੱਕ ਚਾਉ ਤੇ ਬੈਰਾਗ। ਜਿਵੇਂ ਲੜਕੀ ਦਾ ਜਦੋਂ ਵਿਆਹ ਹੁੰਦਾ, ਕੰਨਿਆ ਜਿਹੜੀ ਹੈ ਜਦੋਂ ਵਿਆਹਣ ਲਈ ਆਪਣਾ ਤਿਆਰੀ ਵਿੱਚ ਆ, ਇੱਕ ਅੰਦਰ ਚਾਉ ਹੈ, ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਣੀ, ਮੇਰਾ ਪਤੀ ਨਾਲ ਮਿਲਾਪ ਹੋਣਾ। ਇੱਕ ਅੰਦਰ ਵੈਰਾਗ ਵੀ ਆ ਕਿ ਪੇਕਿਆਂ ਨੂੰ ਛੱਡਣਾ, ਉਹ ਜਿੱਥੇ ਪਲੀ ਬਲੀ ਇੰਨੇ ਸਾਲ ਜਿੱਥੇ ਰਹੀ ਹੈ, ਉਸ ਪਰਿਵਾਰ ਨੂੰ ਛੱਡਣਾ। ਇਵੇਂ ਹੀ ਜੀਵ ਆਤਮਾ ਨੂੰ ਚਾਹੋ, ਇਸਲਾਮ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਮਿਲਣ ਦਾ ਚਾਹੋ। ਔਰ ਵੈਰਾਗ ਕਿਹੜਾ? ਮੋਹ ਮਾਇਆ ਤੋਂ ਵੈਰਾਗ, ਔਗਣਾ ਦਾ ਵੈਰਾਗ, ਔਗਣਾ ਦਾ ਤਿਆਗ ਕਰ ਦੇਣਾ ਤੇ ਅੰਦਰ ਚਾਅ ਭਰਿਆ ਰਹਿਣਾ, ਪਰਮਾਤਮਾ ਨੂੰ ਮਿਲਣਾ। ਫਿਰ ਇਹੋ ਜਿਹੇ ਕਰਮ ਕਰਨੇ ਨੇ ਜਿਹੜੇ ਮਿਲਾਪ ਦੇ ਲਈ ਜ਼ਰੂਰੀ ਹੋਣ। ਤਾਂ ਫਿਰ ਉਹਦੇ ਲਈ ਕੀ ਕਰਨਾ? ਸੰਗਤ, ਕੰਪਨੀ ਇਹਦੇ ਵਿੱਚ ਬਹੁਤ ਜ਼ਰੂਰੀ ਆ। ਤੀਜੀ ਲਾਮ ਦੇ ਵਿੱਚ ਮਹਾਰਾਜ ਕਹਿੰਦੇ ਆ ਤੂੰ ਰੰਗ ਰਤੜੀਆਂ ਰੂਹਾਂ ਦੀ ਸੰਗਤ ਕਰ, ਸੰਤ ਜਨਾਂ ਨੂੰ ਮਿਲ। ਉਹ ਕੀ ਕਰਦੇ ਨੇ? ਉਹ ਕਥ ਕਹਾਣੀਆਂ ਕਰਦੇ ਨੇ, ਕਿਉਂਕਿ ਉਹ ਮਿਲੇ ਹੋਏ ਨੇ। ਉਹ ਰੱਬ ਦੀਆਂ ਹੀ ਗੱਲਾਂ ਕਰਨਗੇ, ਉਹ ਪਰਮਾਤਮਾ ਦੀਆਂ ਗੱਲਾਂ ਕਰਨਗੇ। ਉਹਨਾਂ ਵਿੱਚ ਬੈਠੇਂਗੇ, ਤੈਨੂੰ ਵੀ ਰੰਗ ਲੱਗ ਜਾਏਗਾ, ਤੂੰ ਵੀ ਪਿਆਰੇ ਪ੍ਰੀਤਮ ਦੀਆਂ ਗੱਲਾਂ ਕਰੇਂਗੀ, ਪ੍ਰਭੂ ਦੀਆਂ ਹੀ ਗੱਲਾਂ ਕਰੇਂਗੀ, ਤੈਨੂੰ ਵੀ ਰੰਗ ਲੱਗ ਜਾਏਗਾ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਉਹਨਾਂ ਦੇ ਪਾਸ ਕੰਤ ਆ। ਇਸ ਤਰ੍ਹਾਂ ਗ੍ਰਸਤੀ ਨੇ ਵੀ ਉਹਨਾਂ ਦੀ ਕੰਪਨੀ ਕਰਨੀ ਜਿਨ੍ਹਾਂ ਨੇ ਆਪਣਾ ਘਰ ਬਣਾ ਕੇ ਰੱਖਿਆ, ਜਿਨ੍ਹਾਂ ਪਤੀ ਪਤਨੀ ਦਾ ਆਪਸ ਵਿੱਚ ਪ੍ਰੇਮ ਆ। ਜਦੋਂ ਉਹਨਾਂ ਦੇ ਵਿੱਚ ਬੈਠਾਂਗੇ ਤਾਂ ਉਹਨਾਂ ਵੱਲ ਦੇਖ ਦੇਖ ਕੇ ਵੀ ਇਹਨਾਂ ਵਿੱਚ ਕਿਹੜੇ ਗੁਣ ਆ,
ਜਿਹੜਾ ਇਹਨਾਂ ਦਾ ਪਤੀ ਪਤਨੀ ਦਾ ਆਪਸ ਵਿੱਚ ਇਤਨਾ ਪ੍ਰੇਮ ਆ, ਸਾਰਾ ਹੀ ਪਰਿਵਾਰ, ਮਾਤਾ ਪਿਤਾ ਸਾਰਾ ਪਰਿਵਾਰ ਇਤਨੇ ਸੁਖੀ ਵਸ ਰਹੇ ਨੇ, ਇਸ ਪਰਿਵਾਰ ਵਿੱਚ ਇਹੋ ਜਿਹਾ ਕਿਹੜੇ ਗੁਣ ਨੇ? ਜੀਵ ਆਤਮਾ ਨੇ ਸੰਤ ਜਨਾਂ ਦੇ ਗੁਣ ਲੈ ਲੈਣੇ ਨੇ। ਕਿ ਮਹਾਰਾਜ ਕਹਿੰਦੇ ਨੇ, ਜਾਓ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਪੁੱਛੋ ਜਰਾ ਸੁਹਾਗਣਾ ਨੂੰ, ਜਿਹੜੀਆਂ ਪਰਮਾਤਮਾ ਨਾਲ ਭੇਦ ਰੂਹਾਂ ਨੇ, ਉਹਨਾਂ ਨੂੰ ਪੁੱਛੋ ਤੁਸੀਂ ਪਰਮਾਤਮਾ ਨੂੰ ਕਿਵੇਂ ਪਾ ਲਿਆ, ਕਿਵੇਂ ਇੱਕਮਿਕ ਹੋ ਗਈਆਂ। ਉਹ ਫਿਰ ਦੱਸਦੀਆਂ ਨੇ, ਸਹਿਜ ਸੰਤੋਖ ਸਿਗਾਰਿਆ, ਮਿੱਠਾ ਬੋਲਣੀ। ਉਹਨਾਂ ਨੇ ਕਿਹਾ ਸੀ ਹਾਂ, ਇਹਨਾਂ ਗੁਣਾਂ ਦਾ ਸ਼ਿੰਗਾਰ ਕੀਤਾ ਸੀ, ਸਹਿਜ ਵਿੱਚ ਰਹੀਆਂ। ਜੀਵਨ ਵਿੱਚ ਬੜੇ ਅਪਸ ਐਂਡ ਡਾਊਨਸ ਆਏ, ਸਭ ਦੇ ਆਉਂਦੇ ਨੇ, ਸਾਰੇ ਗ੍ਰਸਤੀਆਂ ਦੇ ਆਉਂਦੇ ਨੇ, ਸਭ ਬੰਦਗੀ ਵਾਲੀਆਂ ਰੂਹਾਂ ਦੇ ਵੀ ਆਉਂਦੇ ਨੇ, ਬੜੇ ਤੂਫਾਨ ਆਉਂਦੇ ਨੇ, ਡੋਲੀਆਂ ਨਹੀਂ। ਅਸੀਂ ਸਹਿਜ ਵਿੱਚ ਰਹੀਆਂ, ਕਿਉਂ? ਜੁੜੀਆਂ ਸੀ ਪਰਮਾਤਮਾ ਦੇ ਨਾਲ, ਉਹਨੂੰ ਯਾਦ ਕਰਦੀਆਂ ਸੀ, ਉਹਦਾ ਨਾਮ ਜਪਦੀਆਂ ਸੀ, ਦੁੱਖ ਸੁੱਖ ਨੂੰ ਸਹਾਰ ਕੀਤਾ, ਸਹਿਜ ਸੰਤੋਖ ਰੱਖਿਆ ਅੰਦਰ। ਇਹ ਸ਼ਿੰਗਾਰ ਕੀਤਾ, ਸਹਿਜ ਸੰਤੋਖ ਸਿਗਾਰਿਆ, ਮਿੱਠਾ ਬੋਲਣੇ, ਮਿੱਠੇ ਬੋਲ ਬੋਲੀਆਂ ਸੀ, ਅਸੀਂ ਕੌੜੇ ਬੋਲ ਨਹੀਂ ਬੋਲੀਆਂ। ਲੜਾਈਆਂ ਸਾਰੀਆਂ, ਕਲੇਸ਼ ਕਾਹਦੇ ਨੇ ਘਰਾਂ ਵਿੱਚ? ਕੌੜੇ ਬੋਲਾਂ ਦੇ, ਮਿੱਠੇ ਬੋਲ ਬੋਲਣੇ, ਸਹਿਜ ਰੱਖਣਾ। ਜ਼ਿੰਦਗੀ ਵਿੱਚ 100 ਅਪਸ ਡਾਊਨਸ ਆਉਣਗੇ ਗ੍ਰਸਤੀਆਂ ਦੇ ਜੀਵਨ ਵਿੱਚ, ਕਦੀ ਦੁੱਖ ਆਉਣਗੇ, ਕਦੀ ਸੁੱਖ ਆਉਣਗੇ, ਕਦੀ ਮਾਣ ਮਿਲੇਗਾ, ਕਦੀ ਅਪਮਾਨ ਮਿਲੇਗਾ, ਕਦੀ ਪ੍ਰੋਫਿਟ, ਕਦੀ ਲਾਸ, ਕਦੀ ਜੰਮਣਾ, ਕਦੀ ਮਰਨਾ, ਕਦੀ ਕੋਈ ਦੋਸਤ ਬਣੇਗਾ, ਕਦੀ ਕੋਈ ਧੋਖਾ ਦੇ ਦੇਗਾ, ਦੋਸਤ ਹੀ ਧੋਖਾ ਦੇ ਸਕਦਾ ਹੈ, ਇਹ ਸਭ ਕੁਝ ਹੋਵੇਗਾ। ਲੇਕਿਨ ਇਹ ਸਾਰਿਆਂ ਨੂੰ ਇਹਦੇ ਵਿੱਚ ਸਹਿਜ ਵਿੱਚ ਰਹਿਣਾ, ਸਹਿਜ ਰਹਿਣ ਦੇ ਲਈ ਨਾਮ ਜਪਣਾ, ਪਰਮਾਤਮਾ ਤੇ ਭਰੋਸਾ ਰੱਖਣਾ, ਗੁਰੂ ਤੇ ਭਰੋਸਾ ਰੱਖਣਾ, ਜੋ ਹੋ ਰਿਹਾ ਇਹਦੇ ਵਿੱਚ ਕੋਈ ਕਲਿਆਣ ਹੈ, ਕੁਛ ਭਲਾ ਹੈ। ਮਹਾਰਾਜ ਕਹਿੰਦੇ ਸੁਹਾਗਣਾ ਨੂੰ ਪੁੱਛੋ ਕਿਵੇਂ ਮਿਲੀਆਂ ਤੁਸੀਂ, ਉਹਨਾਂ ਦੀ ਸੰਗਤ ਕਰੋ। ਆਪਣਾ ਅਗਰ ਘਰ ਬਣਾਉਣਾ ਨਾ ਗ੍ਰਸਤੀਆਂ ਨੇ, ਤਾਂ ਜਿਨ੍ਹਾਂ ਦੇ ਘਰ ਸੁਖਾਵੇਂ ਨੇ, ਸੁਖੀ ਵਸਦੇ ਨੇ ਜਿਹੜੇ, ਉਹਨਾਂ ਦੇ ਨਾਲ ਬੈਠਣਾ ਉੱਠਣਾ, ਉਹਨਾਂ ਨਾਲ ਨਹੀਂ ਬੈਠਣਾ ਉੱਠਣਾ। ਜਿਹੜੀਆਂ ਲੜਾਕੀਆਂ ਨੇ, ਜਿਹੜੇ ਆਪਣੇ ਘਰਾਂ ਨੂੰ ਤੋੜਦੀਆਂ ਨੇ, ਜਿਹਨਾਂ ਨੇ ਕਲੇਸ਼ ਪਾਏ ਹੋਏ ਨੇ, ਉਹਨਾਂ ਨਾਲ ਨਹੀਂ ਬੈਠਣਾ, ਤੁਸੀਂ ਵੀ ਉਹੋ ਜਿਹੇ ਹੋ ਜਾਓਗੇ। ਸੋ ਪਰਮਾਤਮਾ ਨੂੰ ਮਿਲਣ ਦੇ ਲਈ ਉਹਨਾਂ ਕੋਲ ਬੈਠਣਾ, ਜਿਹੜੀਆਂ ਰੱਬ ਦੇ ਗੀਤ ਗਾਉਂਦੀਆਂ ਨੇ, ਜਿਹੜੇ ਹਰੀ ਦੇ ਗੁਣ ਗਾਉਂਦੀਆਂ ਨੇ, ਜਿਹੜੇ ਉਹਦੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਨੇ, ਉਹਨਾਂ ਕੋਲ ਬੈਠੋ, ਉਹਨਾਂ ਦੀ ਸੰਗਤ ਕਰੋ। ਫਿਰ ਕੀ ਹੋਏਗਾ? ਤੁਸੀਂ ਵੀ ਮੁੱਖ ਚੋਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਓਗੇ। ਸੋ ਗ੍ਰਸਤੀ ਪਤੀ ਪਤਨੀ ਵੀ ਆਪਣੇ ਪਤੀ ਪਤਨੀ ਦੀਆਂ ਤਾਰੀਫਾਂ ਕਰਨ ਲੱਗ ਜੂਗੇ, ਨਹੀਂ ਤਾਂ ਬਾਹਰ ਬੈਠ ਕੇ ਨਿੰਦਿਆ ਬੁਰਾਈਆਂ ਕਰਦੇ ਹੋ, ਮੇਰਾ ਪਤੀ ਇਹੋ ਜਿਹਾ, ਮੇਰੀ ਪਤਨੀ ਇਹੋ ਜਿਹੀ, ਮੇਰੀ ਸੱਸ ਇਹੋ ਜਿਹੀ, ਮੇਰਾ ਸਹੁਰਾ ਇਹੋ ਜਿਹਾ, ਸਭ ਮੈਲਾਂ ਇਕੱਠੀਆਂ ਕਰੀ ਜਾਂਦੇ ਆ। ਫਿਰ ਹਿਰਦੇ ਵਿੱਚ ਵੈਰਾਗ ਪੈਦਾ ਹੋ ਜਾਏਗਾ, ਹਰ ਵੇਲੇ ਮਿਲਣ ਦੀ ਤੜਪ ਲੱਗੀ ਰਹੇਗੀ ਇੱਕ ਦੂਸਰੇ ਨੂੰ। ਕਿਉਂਕਿ ਦੇਹਾਂ ਤੋਂ ਉੱਠ ਕੇ, ਸੰਗਤ ਜੀ ਇਹ ਜਿਹੜਾ ਗ੍ਰਸਤੀ ਮਾਰਗ ਹੈ ਨਾ, ਇਹ ਜਿਸਮਾਂ ਤੋਂ ਉੱਠ ਕੇ ਰੂਹਾਂ ਦੇ ਤਲ ਤੇ ਪਹੁੰਚਣਾ। ਇਹ ਸਰੀਰ ਦੇ ਮਿਲਾਪ ਦੀ, ਵਾਸਨਾ ਵਾਲੀ ਮਿਲਾਪ ਦੀ ਗੱਲ ਨਹੀਂ ਕੀਤੀ ਇੱਥੇ। ਇੱਥੇ ਗ੍ਰਸਤੀ ਦੇ ਲਈ ਮਿਲਾਪ ਕਿਹੜਾ ਹੈ? ਇੱਕਮਿਕ ਹੋ ਕੇ ਬੰਦਗੀ ਕਰਨੀ ਦੋਨਾਂ ਨੇ, ਆਪਣੇ ਜੀਵਨ ਨੂੰ ਸੰਵਾਰਨਾ, ਮਨ ਦੀਆਂ ਮੈਲਾਂ ਉਤਾਰਨੀਆਂ, ਸਮਾਜ ਦਾ ਭਲਾ ਕਰਨ ਲਈ ਕੀ ਕਰ ਸਕਦੇ ਹਾਂ, ਸਾਡਾ ਜੀਵਨ ਜਿਹੜਾ ਸਫਲ ਹੋ ਜਾਵੇ, ਇਹੋ ਜਿਹਾ ਕਰਨਾ। ਫਿਰ ਜਦੋਂ ਅੰਦਰ ਵੈਰਾਗ ਪੈਦਾ ਹੋਇਆ ਹੁੰਦਾ, ਫਿਰ ਅੰਦਰ ਇਹ ਮਿਲਣ ਦਾ ਜਿਹੜਾ ਇੱਕ ਚਾਅ ਚੜਿਆ ਹੁੰਦਾ, ਪ੍ਰੇਮ ਦੇ ਰਾਗ ਅੰਦਰ ਜਿਹੜੇ ਨੇ ਗੂੰਜਦੇ ਨੇ। ਤੇ ਚੌਥੀ ਲਾਮ ਜਿਹੜੀ ਸੰਗਤ ਜੀ, ਇਹ ਤਾਂ ਮਿਲਾਪ ਦੀ ਆ, ਸਿੱਧਾ ਹੀ ਮਿਲਾਪ। ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ, ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ, ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਬਿਨਾਸੀ। ਇਹ ਮਿਲਾਪ ਦੀ ਜਿਹੜੀ ਚੌਥੀ ਲਾਮ ਦਾ ਬਾਣੀ ਦਾ ਪਾਠ ਹੈ, ਇਹਦੇ ਵਿੱਚ ਅੰਦਰ ਇਹੋ ਜਿਹਾ ਮਿਲਾਪ ਹੋ ਜਾਂਦਾ, ਮੈਂ ਤੇ ਤੂੰ ਦੀ ਦੂਰੀ ਜਿਹੜੀ ਖਤਮ ਹੋ ਜਾਂਦੀ ਹੈ। ਹੁਣ ਜੀਵ ਆਤਮਾ ਜਿਹੜੀ ਪਰਮਾਤਮਾ ਵਿੱਚ ਮਰਜ ਹੋ ਜਾਂਦੀ ਹੈ, ਸਹਿਜ ਅਵਸਥਾ ਵਿੱਚ ਆ ਜਾਂਦੀ ਹੈ, ਉਹਦੇ ਅੰਦਰ ਇੱਕ ਖੇੜਾ, ਉਹਦਾ ਆਨੰਦ ਕਾਰਜ ਜਿਹੜਾ ਸੰਪੂਰਨ ਹੋ ਜਾਂਦਾ। ਦਿਨ ਰਾਤ ਹੁਣ ਲਿਵ ਲੱਗੀ ਰਹਿੰਦੀ ਆ ਪਰਮਾਤਮਾ ਦੇ ਨਾਲ, ਮਿਲੀ ਹੋਈ ਆ ਉਹਦੇ ਵਿੱਚ। ਸੋ ਇਹ, ਲੇਕਿਨ ਇਹ ਕਾਰਜ ਜਿਹੜਾ ਪ੍ਰਭੂ ਨੇ ਆਪ ਹੀ ਰਚਾਇਆ। ਮਨ ਚਿੰਦਿਆ ਫਲ ਪਾ ਲਿਆ ਇਸਲਾਮ ਵਿੱਚ। ਮਨ ਚਿੰਦਿਆ ਫਲ ਸਾਡਾ ਸਾਰਿਆਂ ਦਾ ਇੱਕੋ ਆ, ਜੀਵਾਤਮਾ ਦਾ ਮਨ ਚਿੰਦਿਆ ਫਲ ਪਰਮਾਤਮਾ ਨੂੰ ਮਿਲਣਾ, ਗੋਬਿੰਦ ਜੀ ਨੂੰ ਮਿਲਣਾ, ਜਾਂ ਇਉਂ ਕਹਿ ਲਓ ਆਪਣੇ ਪੂਰਨ ਰੂਪ ਨੂੰ ਮਿਲਣਾ, ਪੂਰਨ ਸਰੂਪ ਨੂੰ ਮਿਲਣਾ। ਕਹੋ ਕਬੀਰ ਹੈ ਰਾਮ ਕੀ ਅੰਸ਼, ਅਸੀਂ ਪਰਮਾਤਮਾ ਦੇ ਅੰਸ਼ ਹਾਂ, ਉਸ ਤੋਂ ਵਿਛੜੇ ਹੋਏ ਹਾਂ, ਆਪਣੇ ਆਪ ਵਿੱਚ ਹੀ ਆਪਣੇ ਸੰਪੂਰਨ ਰੂਪ ਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਵਿੱਚ ਮਿਲਾਪ ਹੋ ਜਾਣਾ। ਚੌਥੀ ਲਾਮ ਸਾਨੂੰ ਇੱਥੇ ਲੈ ਜਾਂਦੀ ਹੈ। ਹੁਣ ਇਹ ਗ੍ਰਸਤੀਆਂ ਲਈ ਦੇਖੀਏ ਸੰਗਤ ਜੀ,
ਜਿਨ੍ਹਾਂ ਦਾ ਜੀਵਨ ਚਾਰਾਂ ਲਾਵਾਂ ਅਨੁਸਾਰ ਆ, ਜਿਹੜੇ ਪ੍ਰਵਿਰਤੀ ਕਰਮ ਕਰਦੇ ਨੇ, ਪਵਿੱਤਰ ਕਰਮ ਕਰਦੇ ਨੇ, ਆਪਣੀਆਂ ਡਿਊਟੀਆਂ ਪੂਰੀਆਂ ਕਰਦੇ ਨੇ, ਡਿਊਟੀਆਂ ਤੋਂ ਪਿੱਛੇ ਨਹੀਂ ਭੱਜਦੇ ਹੈਗੇ, ਤਾਂ ਉਹਨਾਂ ਦਾ ਜੀਵਨ ਦੇਖੋ ਕਿੰਨਾ ਸੁੰਦਰ ਹੋਵੇਗਾ। ਪਾਪਾਂ ਦਾ ਜਿਹੜਾ ਤਿਆਗ ਕਰ ਦਿੰਦੇ ਨੇ, ਸ਼ੁਭ ਕਰਮਾਂ ਵਿੱਚ ਜਿਹੜਾ ਜੀਵਨ ਜਿਉਂਦੇ ਨੇ, ਤਾਂ ਬੰਦਗੀ ਕਰਦੇ ਨੇ। ਦੂਸਰਾ ਜਿਹੜਾ ਹੈ, ਸੱਚੇ ਗੁਰਾਂ ਦੇ ਨਾਲ ਮਿਲ ਕੇ ਹਉਮੈ ਦੇ ਰੋਗ ਨੂੰ ਜਿਹੜਾ ਦੂਰ ਕਰ ਦਿੰਦੇ ਨੇ, ਇੱਕ ਦੂਸਰੇ ਦੀ ਯਾਦ ਦੇ ਵਿੱਚ ਰਹਿੰਦੇ ਨੇ, ਤਾਂ ਨਿਰਮਲ ਭੈ ਵਿੱਚ ਰਹਿੰਦੇ ਨੇ। ਕੋਈ ਵੀ ਇਹੋ ਜਿਹਾ ਕਰਮ ਨਹੀਂ ਕਰਨਾ ਜਿਹੜਾ ਪਤੀ ਪਤਨੀ ਨੂੰ ਜਾਂ ਪਰਿਵਾਰ ਨੂੰ ਅੱਛਾ ਨਾ ਲੱਗਦਾ ਹੋਵੇ। ਸੋ ਅੰਦਰ ਇੱਕ ਵੈਰਾਗ ਵੀ ਹੋਵੇ, ਔਗੁਣਾਂ ਦੇ ਤਿਆਗ ਦਾ ਵੈਰਾਗ, ਔਰ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਹੈ ਉਹ ਚਾਅ ਚੜ੍ਹਿਆ ਹੋਵੇ। ਵੀ ਪਤੀ ਪਤਨੀ ਨੂੰ ਇੱਕ ਦੂਸਰੇ ਨੂੰ ਮਿਲਣ ਦਾ ਚਾਅ ਚੜ੍ਹਿਆ ਹੋਵੇ ਰੂਹਾਂ ਦੇ ਤਲ ਦੇ ਉੱਤੇ, ਵੀ ਮਿਲ ਕੇ ਗ੍ਰਸਤੀ ਨੂੰ ਵੀ ਸੋਹਣਾ ਬਣਾਈਏ, ਔਰ ਮਿਲ ਕੇ ਅਸੀਂ ਪਰਮਾਤਮਾ ਨੂੰ ਵੀ ਮਿਲੀਏ, ਪ੍ਰਭੂ ਦੇ ਗੁਣ ਗਾਈਏ। ਸੰਗਤ ਜਿਹੜੇ ਸਤਸੰਗੀ ਹੋ ਜਾਣ, ਪਤੀ ਪਤਨੀ ਦੋਨੋਂ, ਜਿਹੜੀਆਂ ਰੰਗ ਰਤਣੀਆਂ ਰੂਹਾਂ ਦੀ ਸੰਗਤ ਕਰਨ ਲੱਗ ਜਾਣ, ਹੋ ਸਕਦਾ ਉਹ ਕੌੜੇ ਬੋਲ ਬੋਲਣਗੇ, ਹੋ ਹੀ ਨਹੀਂ ਸਕਦਾ, ਉਹ ਮਿੱਠੇ ਬੋਲ ਹੀ ਬੋਲਣਗੇ। ਮਿੱਠੀ ਬਾਣੀ ਗਾਉਂਦੇ ਨੇ, ਮਿੱਠੇ ਹੀ ਬੋਲ ਬੋਲਣਗੇ ਸੰਗਤ 'ਚ। ਉਹ ਸਹਾਰਨਗੇ ਵੀ ਜੀਵਨ ਦੇ ਵਿੱਚ ਬਹੁਤ ਕੁਛ, ਦੂਸਰਿਆਂ ਦੀ ਵਧੀਕੀ ਨੂੰ ਵੀ ਸਹਾਰ ਲੈਣਗੇ। ਇਹ ਨਹੀਂ ਪਲਟ ਕੇ ਫਟਾਫਟ ਜਵਾਬ ਦੇਈ ਜਾਣਾ, ਕਲਾ ਕਲਿਸ਼ ਪਾਈ ਜਾਣਾ, ਨਹੀਂ। ਬਹੁਤ ਸੁੰਦਰ, ਇਤਨਾ ਸੁੰਦਰ ਸਿਧਾਂਤ ਹੈ ਗੁਰਮਤ ਦਾ, ਕਿ ਗੁਰਬਾਣੀ ਅਨੁਸਾਰ ਆਪਣਾ ਗ੍ਰਸਤੀ ਜੀਵਨ ਜਿਹੜਾ ਆਨੰਦਮਈ ਜੀਵਨ ਜੀਣਾ ਹੈ। ਇੰਨੇ ਸਵਾਰਥੀ ਨਹੀਂ ਹੋ ਜਾਣਾ, ਮੈਂ ਤੇ ਮੇਰਾ ਪਤੀ ਤੇ ਮੇਰੀ ਪਤਨੀ, ਮੇਰੇ 2-3 ਬੱਚੇ, ਨਹੀਂ। ਇੱਥੋਂ ਤੱਕ ਤੁਹਾਰੇ ਕਹਿੰਦੇ ਤੁਸੀਂ ਵੱਡੇ ਪਰਿਵਾਰ ਦਾ ਹਿੱਸਾ ਹੋ, ਪੂਰਾ ਬ੍ਰਹਿਮੰਡ, ਖੰਡ ਬ੍ਰਹਿਮੰਡ ਦਾ ਅਸੀਂ ਇੱਕ ਹਿੱਸਾ ਆ। ਇੰਨੇ ਸਭ ਦੇ ਨਾਲ ਸਾਡਾ ਪ੍ਰੇਮ ਹੋਣਾ ਚਾਹੀਦਾ। ਉਹਦੇ ਲਈ ਫਿਰ ਹਉਮੈ ਦਾ ਤਿਆਗ ਬਹੁਤ ਜ਼ਰੂਰੀ ਹੈ, ਨਿਰਮਲ ਭੈ ਵੀ ਬਹੁਤ ਜ਼ਰੂਰੀ ਹੈ। ਕੋਈ ਵੀ ਮੇਰੀ ਸੋਚ, ਮੇਰਾ ਕਰਮ, ਮੇਰਾ ਬਚਨ ਇਹੋ ਜਿਹਾ ਨਾ ਹੋਵੇ ਜਿਹੜਾ ਮੇਰੇ ਗੁਰੂ ਨੂੰ, ਪਰਮਾਤਮਾ ਨੂੰ ਨਾ ਚੰਗਾ ਲੱਗਦਾ ਹੋਵੇ, ਜਿਹੜਾ ਮੇਰੇ ਪਰਿਵਾਰ ਨੂੰ ਨਾ ਚੰਗਾ ਲੱਗਦਾ ਹੋਵੇ, ਜਿਹੜਾ ਮੇਰੇ ਸਮਾਜ ਨੂੰ ਨਾ ਚੰਗਾ ਲੱਗਦਾ ਹੋਵੇ। ਤੁਸੀਂ ਦੇਖੋ ਫਿਰ ਕਿਉਂ ਨਹੀਂ ਆਨੰਦਮਈ ਜੀਵਨ ਹੋਵੇਗਾ। ਸੋ ਇਹੋ ਜਿਹੀਆਂ ਰੂਹਾਂ ਜਿਹੜੇ ਆਪਣੇ ਗ੍ਰਸਤੀ ਨੂੰ ਇਤਨਾ ਸੁੰਦਰ ਬਣਾ ਕੇ ਰੱਖਦੀਆਂ ਨੇ, ਜਿਹੜੀਆਂ ਸੰਗਤ ਕਰਦੀਆਂ ਨੇ, ਪ੍ਰਭੂ ਦੇ ਗੁਣ ਗਾਉਂਦੀਆਂ ਨੇ, ਪਰਮਾਤਮਾ ਦੇ ਨਾਲ ਜਿਹੜੀਆਂ ਜੁੜੀਆਂ ਨੇ, ਫਿਰ ਕਿਉਂ ਨਾ ਫਿਰ ਉਹਨਾਂ ਨੂੰ ਮਨ ਚਿੰਦਿਆ ਫਲ, ਉਹਨਾਂ ਨੂੰ ਅਸਲੀ ਆਪਣਾ ਵਰ, ਜੀਵ ਆਤਮਾ ਨੂੰ ਪਰਮਾਤਮਾ ਕਿਉਂ ਨਹੀਂ ਮਿਲੇਗਾ। ਔਰ ਪਤੀ ਪਤਨੀ ਦਾ ਰਿਸ਼ਤਾ ਕਿਉਂ ਨਾ ਗੁਰਬਾਣੀ ਅਨੁਸਾਰ ਹੋਵੇਗਾ, ਜਿਹਨੂੰ ਮਹਾਰਾਜ ਜੀ ਕਹਿੰਦੇ ਨੇ, ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਈ। ਉਹਨਾਂ ਨੂੰ ਪਤੀ ਪਤਨੀ ਨਾ ਆਖੋ ਜਿਹੜੇ ਦੋ ਇਕੱਠੇ ਹੋ ਕੇ ਬੈਠ ਗਏ। ਮਹਾਰਾਜ ਜੀ ਕਿਉਂ ਨਾ ਆਖੀਏ? ਤੁਹਾਡੀ ਹਜ਼ੂਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 4 ਲਾਵਾਂ ਦਾ ਪਾਠ ਹੋਇਆ, ਪ੍ਰਕਰਮਾ ਕੀਤੀ, ਤੁਹਾਡੀ ਅਰਦਾਸਾਂ ਹੋਈਆਂ ਤੁਹਾਡੇ ਚਰਨਾਂ ਵਿੱਚ ਮਹਾਰਾਜ ਜੀ, ਵਿਆਹ ਸਾਡਾ ਹੋਇਆ ਤੁਹਾਡੀ ਹਾਜ਼ਰੀ ਦੇ ਵਿੱਚ, ਫਿਰ ਕਿਉਂ ਨਾ ਆਖੀਏ ਪਤੀ ਪਤਨੀ? ਮਹਾਰਾਜ ਕਹਿੰਦੇ ਨਹੀਂ ਭਾਈ, ਇਹਨਾਂ ਨੂੰ ਨਾ ਪਤੀ ਪਤਨੀ ਆਖੋ, ਉਹਨਾਂ ਨੂੰ ਆਖੋ ਜਿਹੜੇ ਏਕ ਜੋਤ ਦੋਏ ਮੂਰਤੀ, ਧਨ ਪਰ ਕਹੀਏ ਸੋਏ। ਦੇਖਣ ਨੂੰ 2 ਸਰੀਰ ਲੱਗਦੇ ਹੋਣ, ਲੇਕਿਨ ਅੰਦਰੋਂ ਇੱਕੋ ਹੀ ਜੋਤ ਹੋ ਗਏ ਹੋਣ। ਇਤਨੀ ਅੰਡਰਸਟੈਂਡਿੰਗ, ਇਤਨਾ ਅੰਦਰ ਪ੍ਰੇਮ ਪਿਆਰ, ਕਿ ਰਲ ਮਿਲ ਕੇ ਜਿਹੜਾ ਆਪਣੇ ਜੀਵਨ ਨੂੰ ਜਿਨ੍ਹਾਂ ਨੇ ਸੁੰਦਰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਹੋਵੇ, ਔਰ ਆਪਣੀਆਂ ਡਿਊਟੀਆਂ ਜਿਹੜੀਆਂ ਬੜੇ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਨਿਭਾਈਆਂ ਹੋਣ, ਉਹਨਾਂ ਨੂੰ ਪਤੀ ਪਤਨੀ ਆਖੋ। ਫਿਰ ਸਮਝਣਾ ਨਾ ਸੰਗਤ ਜੀ, ਜਿਹੜਾ ਬਾਣੀ ਵਿੱਚ ਪੜ੍ਹਦੇ ਆ ਨਾ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਫਿਰ ਵਿਆਹ ਹੁੰਦਾ ਸਾਡਾ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ। ਫਿਰ ਗੁਰੂ ਦੀ ਕਿਰਪਾ ਦੇ ਨਾਲ ਹਰੀ ਪਾਇਆ ਜਾਂਦਾ, ਜਦੋਂ ਗੁਰੂ ਦੇ ਬਚਨ ਕਮਾਏ ਜਾਂਦੇ ਨੇ, ਗੁਰੂ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਜੀਆ ਜਾਂਦਾ ਹੈ। ਸੰਗਤ ਜੀ, ਸੰਗਤ ਜੀ, ਇੱਕ ਹੋਰ ਵਿਚਾਰ ਜ਼ਰੂਰ ਕਰਨੀ ਹੈ ਕਿ ਪਰਿਵਾਰ ਟੁੱਟ ਕਿਉਂ ਰਹੇ ਨੇ? ਪਰਿਵਾਰਾਂ ਦੀ ਗੱਲ ਛੱਡੋ, ਆ ਪਤੀ ਪਤਨੀ ਆਪਸ ਵਿੱਚ ਇਹਨਾਂ ਦੇ ਕਿਉਂ ਡਿਵੋਰਸ ਹੋ ਰਹੇ ਨੇ? ਸਾਂਝੇ ਪਰਿਵਾਰ ਵੀ ਟੁੱਟ ਰਹੇ ਨੇ। ਨਵੇਂ ਬੱਚੇ ਜਿਹੜਾ ਵਿਆਹ ਕਰਾਉਂਦੇ ਨੇ, ਇਹ ਕਹਿੰਦੇ ਨੇ ਅਸੀਂ ਮਾਤਾ ਪਿਤਾ 'ਚ ਰਹਿਣਾ ਨਹੀਂ ਚਾਹੁੰਦੇ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਸੁਖੀ ਵਸੋ, ਚੱਲ ਤੁਸੀਂ ਅਲੱਗ ਹੋ ਜਾਓ ਸੁਖੀ, ਫਿਰ ਵੀ ਡਿਵੋਰਸ ਨਹੀਂ ਜਾਣਾ। ਸੋ ਸਿੱਖਾਂ ਦੇ ਵਿੱਚ ਵੀ UNO ਵਾਲਿਆਂ ਨੇ ਦੱਸਿਆ ਹੈ ਕਿ ਡਿਵੋਰਸ ਦੀ ਰੇਸ਼ੋ ਬਹੁਤ ਜ਼ਿਆਦਾ ਸਪੀਡ ਦੇ ਨਾਲ ਵੱਧ ਰਹੀ ਹੈ, ਜਦਕਿ ਸਿੱਖ ਧਰਮ ਵਿੱਚ ਤਲਾਕ ਦਾ ਕੋਈ ਕਨਸੈਪਟ ਹੈ ਹੀ ਨਹੀਂ। ਜਿਹਦੇ ਨਾਲ ਸਾਡਾ ਆਨੰਦ ਕਾਰਜ ਹੋਏ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਉਹ ਅਸੀਂ ਕਮਿਟਮੈਂਟ ਕਰਦੇ ਹਾਂ ਕਿ ਸਾਰਾ ਜੀਵਨ ਅਸੀਂ ਇਕੱਠੇ ਰਹਿ ਕੇ ਆਪਣੇ ਗ੍ਰਸਤੀ ਮਾਰਗ ਨੂੰ ਚਲਾਉਣਾ ਹੈ। ਕੁਝ ਕੰਡੀਸ਼ਨ ਦੇ ਵਿੱਚ ਹੋਰ ਵਿਆਹ ਹੋ ਸਕਦਾ ਹੈ, ਜਿਵੇਂ ਕਿਸੇ ਦੀ ਪਤਨੀ ਅਗਰ ਅਕਾਲ ਚਲਾਣਾ ਹੋ ਗਿਆ, ਉਹ ਪਤੀ ਦਾ ਹੋ ਸਕਦਾ ਹੈ। ਪਤਨੀ ਦੇ ਅਗਰ ਪਤੀ ਚੜ੍ਹਾਈ ਕਰ ਗਿਆ, ਉਹਦਾ ਵੀ ਵਿਆਹ ਹੋ ਸਕਦਾ ਹੈ। ਜਾਂ ਕੋਈ ਇਹੋ ਜਿਹਾ ਕਾਰਨ ਜਿਹਨੂੰ ਸਮਾਜ ਵੀ ਪ੍ਰਵਾਨਗੀ ਦੇ ਦੇਵੇ, ਤਾਂ ਉਸ ਕਾਰਨ ਵੀ ਹੋ ਸਕਦਾ। ਬਾਕੀ ਕੋਈ ਤਲਾਕ ਦਾ ਸਿੱਖ ਧਰਮ ਵਿੱਚ ਕੋਈ ਵੀ ਕਾਨੂੰਨ ਨਹੀਂ ਹੈ।
ਕਿਉਂ ਹੋ ਰਹੇ ਨੇ? ਵਿਦਵਾਨਾਂ ਨੇ, ਮਾਹਰਾਂ ਨੇ ਦੱਸੇ ਨੇ ਕਾਰਨ। 5 ਕਾਰਨ ਵੱਡੇ ਨੇ ਜਿਹਦੇ ਕਾਰਨ ਪਤੀ ਪਤਨੀ ਜਿਹੜਾ ਹੈ ਜਾਂ ਪਰਿਵਾਰ ਟੁੱਟ ਰਹੇ ਨੇ ਜਾਂ ਤਲਾਕ ਹੋ ਰਹੇ ਨੇ। ਪਹਿਲਾ ਕਾਰਨ ਹੈ ਕੈਸ਼, ਦਾਜ, ਡਿਮਾਂਡ। ਕੱਲਾ ਇਹ ਨਹੀਂ ਕਿ ਲੜਕੀ ਵਾਲਿਆਂ ਕੋਲ ਦਾਜ ਮੰਗਿਆ ਜਾਂਦਾ, ਲੜਕੀ ਵੀ ਬਹੁਤ ਸਾਰੀਆਂ ਉਮੀਦਾਂ ਰੱਖਦੀ ਹੈ ਕਿ ਸਹੁਰੇ ਪਰਿਵਾਰ ਵਾਲੇ ਮੈਨੂੰ ਆਹ ਦੇਣ, ਆਹ ਪਾਣ, ਤੇ ਉਹਦੇ ਪਿੱਛੇ ਨਾਰਾਜ਼ਗੀ ਕਾਰਨ ਕੈਸ਼ ਪਹਿਲਾ ਕਾਰਨ। ਦੂਸਰਾ ਕ੍ਰੈਡਿਟ, ਉਹੀ ਹੰਕਾਰ ਵਾਲੀ ਲੜਾਈ, ਮੈਂ ਕਰਦਾ, ਮੈਂ ਕਰਦੀ, ਮੈਂ ਇੰਨਾ ਕਮਾਉਂਦਾ, ਤੂੰ ਇੰਨਾ ਕਮਾਉਂਦਾ, ਉਹ ਆਪਸ ਦੀਆਂ ਇਹ ਕ੍ਰੈਡਿਟ ਮੈਂ ਲੈਣ ਦਾ, ਕਮਾਈਆਂ ਦੇ ਕ੍ਰੈਡਿਟ। ਤੀਸਰਾ ਕਰੈਕਟਰ, ਬਾਹਰ ਝਾਕ ਰੱਖਣੀ ਆਪਣੇ ਪਤੀ ਜਾਂ ਆਪਣੀ ਪਤਨੀ ਤੋਂ ਇਲਾਵਾ। ਗੁਰੂ ਮਹਾਰਾਜ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਪਰਿਵਾਰ ਤੋਂ ਇਲਾਵਾ ਬਾਹਰਲੇ ਸੋਹਣੇ ਖੂਬਸੂਰਤ ਹੋ ਸਕਦੇ ਨੇ, ਚੰਗੇ, ਉਹਨਾਂ ਨੂੰ ਫਿਰ ਕਿਉਂ ਦੇਖੋ? ਵੱਡੀ ਉਮਰ ਵਾਲੇ ਨੂੰ ਮਾਂ ਦੇ ਸਮਾਨ ਜਾਣੋ, ਬਰਾਬਰ ਦੀ ਉਮਰ ਵਾਲੇ ਨੂੰ ਭੈਣ ਦੇ ਸਮਾਨ ਜਾਣੋ, ਛੋਟੀ ਉਮਰ ਵਾਲੇ ਨੂੰ ਧੀਆਂ ਆਪਣੀ ਬੱਚੀ ਦੇ ਸਮਾਨ ਜਾਣੋ। ਫਿਰ ਤੁਹਾਡਾ ਈਮਾਨ ਜਿਹੜਾ ਡੁੱਲੇਗਾ ਨਹੀਂ, ਕਰੈਕਟਰ ਵਧੀਆ ਰਹੇਗਾ। ਤੇ ਅਗਲੀ ਲੜਾਈ ਹੈਗੀ ਕ੍ਰੀਏਟਰ। ਜਦੋਂ ਦੋਨੋਂ ਪਤੀ ਪਤਨੀ ਇੱਕ ਨੂੰ ਨਹੀਂ ਮੰਨ ਰਹੇ ਹੁੰਦੇ, ਮਾਨਤਾ ਅਲੱਗ-ਅਲੱਗ, ਇੱਕ ਕਹਿੰਦਾ ਮੈਂ ਮੰਦਿਰ ਜਾਣਾ, ਇੱਕ ਕਹਿੰਦਾ ਮੈਂ ਗੁਰਦੁਆਰੇ ਜਾਣਾ, ਇੱਕ ਕਹਿੰਦੀ ਮੈਂ ਉਸ ਨੂੰ ਪੂਜਣਾ, ਉਹ ਕਹਿੰਦਾ ਮੈਂ ਉਸ ਨੂੰ ਪੂਜਣਾ। ਅਗਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਚੱਲੀਏ ਤਾਂ ਫਿਰ ਅਸੀਂ ਇੱਕ ਅਕਾਲ ਪੁਰਖ ਦੀ ਹੀ ਆਰਾਧਨਾ ਕਰਾਂਗੇ। ਕਵੀ ਰਜਤ ਨੇ ਬਹੁਤ ਸੋਹਣਾ ਕਿਹਾ ਪਤੀ ਪਤਨੀ ਦਾ ਜਦੋਂ ਚੁਣਨੇ ਆ ਵੀ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ, ਕਿਹਨੂੰ ਚੁਣੀਏ ਆਪਣਾ ਜੀਵਨ ਸਾਥੀ। ਕਹਿੰਦਾ ਆਸ਼ਾ, ਇਸ਼ਟ, ਉਪਾਸਨਾ, ਖਾਣ ਪਾਣ ਗੁਜਰਾਨ, ਵਿਚਾਰ ਮਿਲਦੇ ਹੋਣ ਆਪਸ ਵਿੱਚ। ਆਸ਼ਾ, ਇੱਕੋ ਜਿਹੀਆਂ ਆਸ਼ਾਵਾਂ ਹੋਣ ਦੋਨਾਂ ਦੀਆਂ, ਇੱਕੋ ਹੀ ਸਾਡੀ ਆਸ਼ਾ ਹੋਣੀ ਚਾਹੀਦੀ ਸੀ ਗੋਬਿੰਦ ਜੀ ਨੂੰ ਮਿਲਣਾ, ਤਾਂ ਕਿਹੋ ਜਿਹਾ ਅਸੀਂ ਆਪਣੇ ਫਰਜ਼ ਪੂਰੇ ਕਰੀਏ, ਅਸੀਂ ਗੋਬਿੰਦ ਜੀ ਨੂੰ ਮਿਲ ਜਾਈਏ। ਦੋਨਾਂ ਦੀ ਆਸ਼ਾ ਇਹੋ ਹੀ ਹੋਵੇ। ਇਸ਼ਟ, ਇਸ਼ਟ ਇੱਕੋ ਹੀ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਸ਼ਾ, ਇਸ਼ਟ, ਉਪਾਸਨਾ, ਉਪਾਸਨਾ ਵੀ ਇੱਕੋ ਦੀ ਹੋਵੇ ਅਕਾਲ ਪੁਰਖ ਦੀ। ਖਾਣਾ ਇੱਕੋ ਜਿਹਾ ਹੋਵੇ, ਸਾਤਵਿਕ ਭੋਜਨ ਦੋਨਾਂ ਦਾ। ਪਹਿਨਣਾ ਵੀ ਗੁਰਮਤਿ ਅਨੁਸਾਰ ਹੋਵੇ, ਗੁਜ਼ਾਰਾ ਵੀ ਉਵੇਂ ਕੀਤਾ ਜਾਵੇ ਗੁਰਮਤਿ ਅਨੁਸਾਰ। ਤਾਂ ਫਿਰ ਦੇਖੋ ਕਿਹੋ ਜਿਹਾ ਸੁੰਦਰ ਗ੍ਰਸਤੀ ਜੀਵਨ ਆਪਣਾ ਬਣ ਜਾਏਗਾ। ਤਾਂ ਅਗਲਾ ਲੜਾਈ ਕਹਿੰਦੇ ਨੇ ਕ੍ਰੀਏਸ਼ਨ ਦੀ, ਜਦੋਂ ਧੀ ਪੈਦਾ ਹੁੰਦੀ ਹੈ। ਅੱਜ ਵੀ ਇਹ ਚੱਲ ਰਿਹਾ ਹੈ, ਮਿਹਣੇ ਤਾਨੇ ਉਹਨੂੰ ਦਿੱਤੇ ਜਾਂਦੇ ਨੇ, ਉਹ ਕਰਦਿਆਂ ਕਰਦਿਆਂ ਕਲੇਸ਼ ਇੰਨਾ ਵੱਧਦਾ ਫਿਰ ਡਿਵੋਰਸ ਤੱਕ ਹੋ ਜਾਂਦਾ। ਤੋ ਇਹ 5 ਕਾਰਨ ਨੇ। ਗੁਰਮਤਿ ਵਿੱਚ ਇਹ ਕਿਸੇ ਵੀ ਚੀਜ਼ ਨੂੰ ਕੋਈ ਜਗ੍ਹਾ ਨਹੀਂ, ਇੱਥੇ ਸਿਰਫ ਔਰ ਪ੍ਰੇਮ ਨੂੰ ਜਗ੍ਹਾ ਹੈ। ਬਸ ਪ੍ਰੇਮ ਦੇ ਨਾਲ ਸੰਗਤ ਜੀ, ਕੁਛ ਵੀ ਨਹੀਂ ਕਰਨਾ ਆਉਂਦਾ ਨਾ, ਪ੍ਰੇਮ ਕਰੋ, ਹਰ ਰਿਸ਼ਤੇ ਨੂੰ ਪ੍ਰੇਮ ਕਰੋ, ਆਪਣੇ ਆਪ ਅੰਦਰ ਮੈਲਾਂ ਰਹਿਣਗੀਆਂ ਹੀ ਨਹੀਂ। ਜਿੱਥੇ ਪ੍ਰੇਮ ਆ ਉੱਥੇ ਮੈਲ ਹੋ ਹੀ ਨਹੀਂ ਸਕਦੇ। ਇਵੇਂ ਗੋਬਿੰਦ ਜੀ ਨੂੰ ਅਗਰ ਮਿਲਣਾ ਹੈ, ਕੁਛ ਨਹੀਂ ਆਉਂਦਾ, ਬਸ ਪ੍ਰੇਮ ਨਾਲ ਵਾਜਾਂ ਮਾਰੋ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪੋ, ਪ੍ਰੇਮ ਦੇ ਨਾਲ ਵਾਜਾਂ ਮਾਰੋ, ਆਪਣੀ ਭਾਸ਼ਾ ਬਣਾ ਲਓ। ਵਾਹਿਗੁਰੂ ਜੀ ਮੈਂ ਤੁਹਾਨੂੰ ਪੁਕਾਰ ਰਿਹਾ, ਪੁਕਾਰ ਰਹੀ ਹਾਂ ਜੀਵ ਆਤਮਾ। ਵਾਹਿਗੁਰੂ ਜੀ ਮੇਰੇ ਵਿੱਚ ਕੋਈ ਗੁਣ ਨਹੀਂ, ਕੋਈ ਲਿਆਕਤ ਨਹੀਂ, ਮੈਨੂੰ ਪਤਾ ਨਹੀਂ ਕਿਵੇਂ ਮਿਲਿਆ ਜਾਵੇ, ਕੋਈ ਜੁਗਤ ਵੀ ਨਹੀਂ ਆਉਂਦੀ ਮਹਾਰਾਜ ਜੀ। ਆਪਣੇ ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰੋ ਮਹਾਰਾਜ ਜੀ। ਸੋ ਪ੍ਰੇਮ ਦੇ ਨਾਲ ਵਾਜਾਂ ਮਾਰੋ। ਪ੍ਰੇਮ ਵਿੱਚ ਸਾਰੀਆਂ ਯੁਗਤਾਂ ਪ੍ਰੇਮ ਦੇ ਵਿੱਚ ਨੇ। ਪ੍ਰੇਮ ਵਿੱਚ ਸਾਰੀਆਂ ਮੈਲਾਂ ਧੋਤੀਆਂ ਜਾਂਦੀਆਂ, ਪ੍ਰੇਮ ਵਿੱਚ ਰਿਸ਼ਤੇ ਸੁੰਦਰ ਹੋ ਜਾਂਦੇ ਨੇ। ਪ੍ਰੇਮ ਵਿੱਚ ਤੁਸੀਂ ਇਤਨਾ ਆਪਣਾ ਸੁੰਦਰ ਜੀਵਨ ਜੀ ਸਕਦੇ ਹੋ। ਹਰ ਕਰਮ ਪ੍ਰੇਮ ਦੇ ਵਿੱਚ ਸ਼ੁਭ ਹੋਵੇਗਾ, ਪਵਿੱਤਰ ਹੋਵੇਗਾ, ਪਾਵਨ ਹੋਏਗਾ ਸੰਗਤ ਜੀ। ਤੋ ਕਿਤਨਾ ਸੁੰਦਰ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਡੇ ਸਾਰਿਆਂ ਦੇ ਉੱਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਬੇਅੰਤ ਹੈ, ਅਥਾਹ ਹੈ, ਅਗਾਹ ਹੈ, ਵਡਮੁੱਲੀ ਹੈ। ਵੱਡੇ ਭਾਗਾਂ ਵਾਲੇ ਅਸੀਂ ਹੋ ਜਾਂਦੇ ਹਾਂ ਜਦੋਂ ਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾ ਲੈਂਦੇ ਹਾਂ। ਸੋ ਅਗਰ ਗ੍ਰਸਤੀ ਜੀਵਨ ਸਾਡਾ ਆਨੰਦਮਈ ਚਾਹੀਦਾ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਅਸੀਂ ਆਪਣਾ ਜੀਵਨ ਜੀਏ ਔਰ ਮਾੜੇ ਕਰਮਾਂ ਦਾ ਕਰੀਏ ਤਿਆਗ, ਰੰਗ ਰਤੜੀਆਂ ਰੂਹਾਂ ਦੀ ਸੰਗਤ ਕਰੀਏ ਤਾਂ ਕਿ ਸਾਨੂੰ ਵੀ ਰੰਗ ਲੱਗ ਜਾਵੇ। ਉਹਨਾਂ ਨੂੰ ਵੀ ਕੌਣ ਰੰਗਦਾ ਹੈ ਰੰਗ ਰਤੜੀਆਂ ਰੂਹਾਂ ਨੂੰ? ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੇ, ਆਪੇ ਹੀ ਰਾਵੇ। जिनके चोले रतड़े प्यारे, कंत तिना के पास, तूड़ तिना की जे मिले जी, कहो नानक की अरदास।